ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਹਾਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਉੱਘੇ ਸਿਆਸੀ ਮਾਹਰ ਤੇ ਪੰਜਾਬਨਾਮਾ ਦੇ ਸੰਪਾਦਕ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਸਵਾਗਤ ਹੈ ਸਮਦ ਸਾਹਿਬ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਤਖਤ ਪੰਜਾਬ ਦੇਖਣ ਵਾਲਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਮਦ ਸਾਹਿਬ, ਗੱਲ ਬਹੁਤ ਹੋ ਗਈ ਕਿ ਮਨਿਸਟਰ ਸਿੰਗਲਾ ਨੇ ਕੀ ਕੀਤਾ, ਉਹਦੇ ਭਾਣਜੇ ਨੇ ਕੀ ਕੀਤਾ, ਜਾਂ ਉਹਨਾਂ ਨੂੰ ਰਿਮਾਂਡ ਤੇ ਲੈ ਲਿਆ ਗਿਆ। ਗੱਲ ਹੁਣ ਅੱਗੇ ਦੀ ਕਰ ਲਈਏ ਤਾਂ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਕੈਬਨਿਟ ਮੰਤਰੀ ਜਿਹੜੇ ਰਹੇ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਬਿਆਨ ਮੈਂ ਪੜ੍ਹ ਰਿਹਾ ਸੀ। ਉਹ ਕਹਿੰਦੇ ਕਿ ਮਾਨ ਸਾਹਿਬ ਕੰਮ ਤਾਂ ਚੰਗਾ ਕੀਤਾ, ਲੱਗਦੇ ਹੱਥ ਕਹਿੰਦੇ ਸਾਬਕਾ ਮੁੱਖ ਮੰਤਰੀ ਕੈਪਟਨ ਤੇ ਸਾਬਕਾ ਮੰਤਰੀਆਂ ਤੇ ਐਮਐਲਏ ਦੇ ਖਿਲਾਫ ਵੀ ਜਾਂਚ ਖੋਲ ਦੋ। ਵੱਡੇ ਵੱਡੇ ਚਿੱਠੇ ਨਿਕਲ ਕੇ ਸਾਹਮਣੇ ਆਉਣਗੇ, ਜਿਵੇਂ ਕੈਪਟਨ ਸਾਹਿਬ ਕਹਿੰਦੇ ਸੀ ਕਿ ਮੇਰੇ ਕੋਲ ਤਾਂ ਸਾਰੀਆਂ ਫਾਈਲਾਂ ਤਿਆਰ ਨੇ, ਜਾਂ ਤਾਂ ਉਹਨਾਂ ਵਾਲੀਆਂ ਚੱਕ ਲੈਣ ਜਾਂ ਫਿਰ ਆਪਣੇ ਪੱਧਰ ਦੇ ਉੱਤੇ ਜਾਂਚ ਸ਼ੁਰੂ ਕਰ ਦੇਣ। ਸੁਖਵਿੰਦਰ, ਸੁਖੀ ਰੰਧਾਵੇ ਦੀ ਗੱਲ ਬੜੀ ਸਹੀ ਹੈਗੀ ਆ ਕਿ ਜੇ ਹੁਣ ਤੁਸੀਂ ਹੱਥ ਪਾ ਹੀ ਲਿਆ ਕਰਪਸ਼ਨ ਨੂੰ ਤਾਂ ਪੁਰਾਣੀਆਂ ਫਾਈਲਾਂ ਵੀ ਖੋਲੋ। ਪਰ ਜਿੰਨਾ ਕੁ ਮੈਨੂੰ ਲੱਗ ਰਿਹਾ ਹਾਲੇ ਆਮ ਆਦਮੀ ਪਾਰਟੀ ਉਸ ਲੈਵਲ ਤੇ ਨਹੀਂ ਹੈਗੀ ਕਿ ਉਹ ਪੁਰਾਣੇ ਗੱਡੇ ਮੁਰਦੇ ਚੱਕਣ, ਕਿਉਂਕਿ ਕਰਪਸ਼ਨ ਜਿਸ ਪੱਧਰ ਦੀ ਪੰਜਾਬ ਦੇ ਵਿੱਚ ਹੈਗੀ ਆ, ਆਪਾਂ ਨੂੰ ਸਭ ਨੂੰ ਸਾਫ਼ ਪਤਾ ਹੈਗਾ ਕਿ ਪੂਰੇ ਦਾ ਪੂਰਾ ਸਿਸਟਮ ਜਿਹੜਾ ਹੈਗਾ ਉਹ ਭ੍ਰਿਸ਼ਟਾਚਾਰ ਦੇ ਵਿੱਚ ਲਿਪਤ ਹੈਗਾ। ਸਾਡਾ ਜਿਹੜਾ ਸਮਾਜ ਹੈਗਾ ਉਹ ਚਾਹੇ ਵੋਟਰ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਂਦੇ ਨੇ ਉਹ ਵਾਲੇ ਸਮਾਜ ਦਾ ਗੱਲ ਕਰ ਲਓ, ਜਾਂ ਜਿਹੜੇ ਆਮ ਆਦਮੀ ਪਾਰਟੀ ਨੂੰ ਵੋਟਾਂ ਨਹੀਂ ਪਾਉਂਦੇ ਉਹ ਵਾਲੇ ਸਮਾਜ ਦੀ ਗੱਲ ਕਰ ਲਓ, ਜਿਹੜੇ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਉਹ ਵਾਲੇ ਸਮਾਜ ਦੀ ਗੱਲ ਕਰ ਲਓ, ਅਕਾਲੀਆਂ ਨੂੰ ਜਿਹੜੇ ਵੋਟਾਂ ਪਾਉਂਦੇ ਨੇ, ਜਿਹੜੇ 14-15 ਅਕਾਲੀ ਦਲ ਹੈਗੇ ਨੇ ਅੱਡ ਅੱਡ, ਉਹ ਸਮਾਜਾਂ ਦੀ ਗੱਲ ਕਰ ਲਓ। ਭ੍ਰਿਸ਼ਟਾਚਾਰ ਦਾ ਬੋਲਬਾਲਾ ਹਰ ਜਗ੍ਹਾ ਤੇ ਹੈਗਾ। ਤੁਸੀਂ ਐਸਜੀਪੀਸੀ ਦੀ ਗੱਲ ਕਰ ਲਓ, ਧਾਰਮਿਕ ਸੰਸਥਾ ਹੈਗੀ ਆ, ਕਿੰਨਾ ਵੱਡਾ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈਗਾ। ਕੋਈ ਵੀ ਚੀਜ਼ ਲੁਕੀ ਨਹੀਂ ਹੋਈ ਹੈਗੀ। ਹੁਣ ਪਿੱਛੇ ਜੇ ਉਹ ਗੁਰਬਾਣੀ ਰਾਈਟਸ ਦੀ ਗੱਲ ਹੋ ਕੇ ਹਟੀ ਸੀ, ਕਿੱਡਾ ਵੱਡਾ ਰੌਲਾ ਪਿਆ ਸੀ, ਉਹ ਸਾਰਾ ਭ੍ਰਿਸ਼ਟਾਚਾਰ ਦਾ ਹੀ ਹੈਗਾ। ਔਰ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੀੜਾਂ ਗਾਇਬ ਹੋ ਗਈਆਂ 300 ਤੋਂ ਜ਼ਿਆਦਾ, ਉਹ ਵੀ ਤਾਂ ਮਾਮਲਾ ਭ੍ਰਿਸ਼ਟਾਚਾਰ ਦਾ ਹੀ ਨਿਕਲੂਗਾ। ਸਾਡੇ ਸਿਸਟਮ ਦੇ ਵਿੱਚ ਭ੍ਰਿਸ਼ਟਾਚਾਰ ਪੈਰਾਂ ਤੋਂ ਲੈ ਕੇ ਗਲ ਤੱਕ ਨਹੀਂ, ਸਿਰ ਟੱਪ ਚੁੱਕਿਆ। ਅਸੀਂ ਡੁੱਬ ਚੁੱਕੇ ਆ ਭ੍ਰਿਸ਼ਟਾਚਾਰ ਦੇ ਦਲਦਲ ਦੇ ਵਿੱਚ। ਸੋ ਜਦੋਂ ਵੀ ਕੋਈ ਬੰਦਾ ਭ੍ਰਿਸ਼ਟਾਚਾਰ ਦੇ ਖਿਲਾਫ ਆਵਾਜ਼ ਚੱਕੇਗਾ ਤਾਂ ਉਹਦੇ ਤੇ ਲੋਕ ਹੱਸਣਗੇ, ਕਿਉਂਕਿ ਜਦੋਂ ਸਾਰਿਆਂ ਦਾ ਹੀ ਮੂੰਹ ਕਾਲਾ ਹੈਗਾ ਤੇ ਕੋਈ ਚਿੱਟਾ ਮੂੰਹ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਐਂ ਲੱਗੇਗਾ ਜਿਵੇਂ ਕਿਸੇ ਨੇ ਮੱਥੇ ਉੱਤੇ ਚਿੱਟਾ ਤਿਲਕ ਲਾਇਆ ਹੁੰਦਾ, ਮੂੰਹ ਕਾਲਾ ਹੈਗਾ। ਹਾਲਾਤ ਫਿਲਹਾਲ ਆਪਣੇ ਭਗਵੰਤ ਮਾਨ ਦੇ ਇਹ ਹੈਗੇ ਨੇ। ਸੁਖੀ ਰੰਧਾਵਾ ਉਹਨੂੰ ਸਿਰਫ ਇਹ ਨਹੀਂ ਕਹਿ ਰਹੇ ਕਿ ਤੁਸੀਂ ਡੇਅਰ ਕਰ ਰਹੇ ਨੇ ਉਹਨੂੰ, ਉਹ ਲਲਕਾਰ ਰਹੇ ਨੇ ਕਿ ਜੇ ਐਡੀ ਹਿੰਮਤ ਹੈਗੀ ਆ ਤਾਂ ਕੈਪਟਨ ਵਾਲੇ ਵੀ ਖੋਲ। ਕੈਪਟਨ ਵਾਲੇ ਕਿਉਂ, ਤਾਂ ਚੰਨੀ ਵਾਲੇ ਵੀ ਖੁੱਲਣਗੇ, ਉਹ ਵੀ ਚੱਲ ਰਹੇ ਨੇ ਹਾਲੇ, ਤੁਹਾਡੇ ਵਾਲੇ ਵੀ ਖੁੱਲਣਗੇ। ਤੁਸੀਂ ਕਿਹੜਾ ਬਹੁਤ ਚੀਜ਼ਾਂ ਇਮਾਨਦਾਰੀ ਨਾਲ ਲੰਘੇ ਹੋਗੇ, ਤੁਸੀਂ ਕਿਹੜਾ ਦੁੱਧ ਧੋਤੇ ਰਹੇ ਹੋਗੇ। ਸੁਖੀ ਰੰਧਾਵਾ ਤਾਂ ਉਹ ਗੱਲ ਕਰ ਰਿਹਾ ਕਿ ਆ ਬੈਲ ਮੁਝੇ ਮਾਰ, ਤਾਂ ਬੈਲ ਹਲੇ ਸਿੰਘਾਂ ਨੂੰ ਤੇਲ ਲਾ ਰਿਹਾ, ਨਾ ਬੁਲਾਓ ਉਹਨੂੰ। ਜੇ ਤੁਹਾਡੇ ਵੱਲ ਨੂੰ ਆ ਗਿਆ ਤਾਂ ਔਖਾ ਹੋਊਗਾ। ਹਲੇ ਤਾਂ ਅਕਾਲੀ ਦਲ ਬਾਦਲ ਦੇ ਵੀ ਪੋਤੜੇ ਫੋਲੇ ਜਾਣੇ ਨੇ। ਜਿਹੜੇ ਆਪਣਾ ਇਰੀਗੇਸ਼ਨ ਵਾਲਾ ਮਹਿਕਮੇ ਦਾ ਰੌਲਾ ਪਿਆ ਸੀ, ਜਿਹੜਾ ਉਹ 1000 ਕਰੋੜ ਦਾ ਟੈਂਡਰ ਦਿੱਤਾ ਸੀ ਤੇ ਠੇਕੇਦਾਰ 200 ਕਰੋੜ ਰੁਪਇਆ ਸਿੱਧਾ ਖਾ ਗਿਆ ਸੀ, ਉਹਦੇ ਵਿੱਚ ਅਕਾਲੀ ਦਲ ਦੇ ਅਫਸਰਾਨ ਤਾਂ ਹੈਗੇ ਹੀ ਹੈਗੇ ਨੇ। ਕਾਂਗਰਸ ਦੇ ਆਪਣੇ ਤੁਹਾਡੇ ਨੇਤਾ ਵੀ ਵਿੱਚ ਲਿਬੜੇ ਹੋਏ ਮਿਲਣਗੇ ਤੁਹਾਨੂੰ, ਕਿਉਂਕਿ ਦੋਨੇ ਸਮਾਂ ਵਿੱਚ ਕੰਮ ਅਕਾਲੀ ਦਲ ਦੇ ਟਾਈਮ 'ਚ ਹੋਇਆ ਸੀ, ਇਨਕੁਆਇਰੀ ਕੈਪਟਨ ਦੇ ਟਾਈਮ 'ਚ ਹੋਈ ਸੀ। ਤਾਂ ਇਹੀ ਜਿਹੀ ਚੀਜ਼ ਆਪਾਂ ਕੋਈ ਵੀ ਮਿਨਿਸਟਰੀ ਲਾ ਲਈਏ, ਆਪਾਂ ਤੁਸੀਂ ਸਾਡੀ ਗੱਲ ਪੰਜਾਬਨਾਮਾ ਦੇ ਉੱਪਰ ਵੀਡੀਓ ਜਾ ਕੇ ਦੇਖੋ, ਤੁਹਾਨੂੰ ਭਰੇ ਮਿਲਣਗੇ ਵੀਡੀਓ ਭ੍ਰਿਸ਼ਟਾਚਾਰ ਨੂੰ ਨੰਗਾ ਕਰਦੇ ਹੋਏ। ਵਿੱਦਿਆ ਡਿਪਾਰਟਮੈਂਟ ਦੇ ਉੱਪਰ ਹੀ ਅਸੀਂ ਸਿਰਫ ਕੰਮ ਕਰਦੇ ਹਾਂ, ਉਹਦੇ ਤੁਹਾਨੂੰ ਕਿੰਨੇ ਮਿਲ ਜਾਣਗੇ। ਉਹ ਸੋ ਇਹ ਆ ਕਿ ਉਹਦੇ ਤੇ ਵੀ ਸਰਕਾਰ ਨੇ ਐਕਸ਼ਨ ਲਏ ਆ। ਇੱਕ ਦੋ ਬੰਦੇ ਮੋਹਾਲੀ ਵਿੱਚ ਗੈਸਟਡ ਅਫਸਰ ਸਸਪੈਂਡ ਕੀਤਾ, ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਉਹ ਪਹਿਲਾਂ ਪੁਲਿਸ ਵਾਲੇ ਵੀ ਇਹਨਾਂ ਨੇ ਸਸਪੈਂਡ ਕੀਤੇ ਸੀ, 10-12 ਬਰਖਾਸਤ ਕੀਤੇ ਦੇ ਵਿੱਚ ਨੌਨ ਗੈਸਟਡ ਅਫਸਰ ਵੀ ਸੀਗੇ। ਸੋ ਕੰਮ ਤਾਂ ਹੌਲੀ ਹੌਲੀ ਹੋ ਰਿਹਾ। ਬਟ ਇਹ ਚਾਹੇ ਆਪਾਂ ਕਹਿ ਲਈਏ ਕਿ ਸ਼ੋਸ਼ੇਬਾਜ਼ੀ ਲਈ, ਲੋਕ ਕਹਿ ਰਹੇ ਨੇ ਕਿ ਭਗਵੰਤ ਨੇ ਸਿਰਫ ਸ਼ੋਸ਼ੇਬਾਜ਼ੀ ਲਈ ਇਹ ਕੰਮ ਕੀਤਾ। ਸ਼ੋਸ਼ਾਬਾਜ਼ੀ ਕੀ ਹੁੰਦੀ ਆ? ਸ਼ੋਸ਼ਾਬਾਜ਼ੀ ਹੁੰਦੀ ਹੈ ਇਸ਼ਤਿਹਾਰਬਾਜ਼ੀ, ਆਪਣੇ ਆਪ ਨੂੰ ਵੱਡਾ ਕਰਕੇ ਦਿਖਾਉਣ ਲਈ। ਪਰ ਜਦੋਂ ਉਹ ਮੰਤਰੀ ਸਾਹਿਬ ਸਿੰਗਲਾ ਸਾਹਿਬ ਖੁਦ ਮੰਨ ਗਏ ਨੇ, ਉਹਨਾਂ ਦਾ ਸਟਿੰਗ ਆਪਰੇਸ਼ਨ ਹੋ ਚੁੱਕਿਆ ਹੈਗਾ, ਉਹ ਸਾਰਾ ਕੁਝ ਸਾਫ਼-ਸਾਫ਼ ਦਿਖ ਰਿਹਾ ਕਿ 5 ਲੱਖ ਰੁਪਇਆ ਪਹਿਲਾਂ ਮੈਨੂੰ ਐਡਵਾਂਸ ਵੀ ਜਾ ਚੁੱਕਿਆ। ਜੇ ਪੈਸੇ ਐਡਵਾਂਸ ਨਾ ਗਏ ਹੁੰਦੇ ਤਾਂ ਉਹਨਾਂ ਉੱਤੇ ਕਰਪਸ਼ਨ ਦੀਆਂ ਧਾਰਾਵਾਂ 6-7 ਜਿਹੜੀਆਂ ਲੱਗੀਆਂ ਨੇ ਉਹ ਕਿਵੇਂ ਲੱਗ ਜਾਂਦੀਆਂ। ਸੋ ਪੈਸਿਆਂ ਦਾ ਆਦਾਨ ਪ੍ਰਦਾਨ ਹੋਇਆ ਤਾਂ ਹੀ ਉਹ ਕਰਪਸ਼ਨ ਐਕਟ ਦੇ ਥੱਲੇ ਆਇਆ ਨਾ ਪੰਜਾਬ ਸਰਕਾਰ ਦੇ। ਅਦਰਵਾਈਜ਼ ਤਾਂ ਉਹ ਕਿਸੇ ਪਾਸੇ ਉਹਨੂੰ ਤੁਸੀਂ ਧਮਕੀ ਦੇ ਕੇ ਛੱਡ ਸਕਦੇ ਸੀ। ਸੋ ਉਹਨਾਂ ਨੇ ਪੂਰੇ ਦਾ ਪੂਰਾ ਕੋਰਮ ਕੀਤਾ, ਉਹਨੂੰ ਆਪਣਾ
ਪੂਰਾ ਕੈਮਰੇ ਦੇ ਵਿੱਚ ਰਿਕਾਰਡ ਕੀਤਾ, ਫਿਰ ਉਹਨੂੰ ਉਹਦੇ OST ਨੂੰ ਆਪਣਾ ਸੁਣਿਆ, ਫਿਰ ਮਿਨਿਸਟਰ ਨੂੰ ਬੁਲਾ ਕੇ ਸੁਣਿਆ, ਮਿਨਿਸਟਰ ਮੰਨਿਆ, ਉਸ ਤੋਂ ਬਾਅਦ ਉਹਨੇ ਜਾ ਕੇ ਪ੍ਰੈਸ ਬਰੀਫਿੰਗ ਕੀਤੀ ਹੈ। ਪ੍ਰੈਸ ਕਾਨਫਰੰਸ ਹੀ ਹੁੰਦੀ ਆ। ਕਈ ਲੋਕਾਂ ਨੂੰ ਇਹ ਲੱਗਦਾ ਕਿ ਜਿਹੜੀ ਬਾਈਟ ਦਿੱਤੇ ਆ CM ਸਾਹਿਬ ਵੀ ਉਹ ਤਾਂ ਵੀਡੀਓ ਬਾਈਟ ਆ, ਉਹ ਪ੍ਰੈਸ ਦੇ ਲਈ ਹੋਈ ਆ। ਉਹ ਪ੍ਰੈਸ ਕਾਨਫਰੰਸ ਕਹਿ ਲਓ, ਇਹਨੂੰ ਪ੍ਰੈਸ ਬਰੀਫਿੰਗ ਕਹਿ ਲਓ, ਇੱਕੋ ਹੀ ਗੱਲ ਹੈਗੀ ਆ। ਬਹੁਤ ਟਰਮਸ ਹੁੰਦੀਆਂ ਨੇ ਪਰ ਸਾਡੇ ਅਣਜਾਣ ਭਾਈਆਂ ਨੂੰ ਕਈ ਨੂੰ ਨਹੀਂ ਪਤਾ ਹੁੰਦਾ। ਸੋ ਪ੍ਰੈਸ ਕਾਨਫਰੰਸ ਕੀਤੀ ਆ। ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਆ। ਠੀਕ ਹੈ, ਜੇ ਕੋਈ ਪਾਰਟੀ ਆਪਣਾ ਕੰਮ ਵੱਡਾ ਕਰਦੀ ਆ ਤਾਂ ਉਹਦਾ ਰੌਲਾ ਵੀ ਪਏਗਾ। ਉਹਦਾ ਗੁਜਰਾਤ ਵਿੱਚ, ਉਹਦਾ ਰਾਜਸਥਾਨ ਵਿੱਚ, ਉਹਦਾ ਹਿਮਾਚਲ ਪ੍ਰਦੇਸ਼ ਵਿੱਚ ਗੱਜ ਵੱਜ ਕੇ ਪ੍ਰਚਾਰ ਕੀਤਾ ਜਾਏਗਾ। ਆਮ ਆਦਮੀ ਪਾਰਟੀ ਨੇ ਸੰਗਰੂਰ ਦੀ ਜਿਹੜੀ ਆਪਣੀ ਲੋਕ ਸਭਾ ਚੋਣ ਆ ਚੁੱਕੀ ਹੈ, ਜਿਮਨੀ ਚੋਣ, ਉਹ ਵੀ ਤਾਂ ਜਿੱਤਣੀ ਹੈ। ਸੋ ਕੰਮ ਤਾਂ ਉਹਨਾਂ ਨੂੰ ਕਰਨੇ ਪੈਣਗੇ। ਕੁਝ ਕੰਮ ਲੋਕ ਦਿਖਾਵੇ ਲਈ ਕਰਦੇ ਹੁੰਦੇ ਨੇ, ਕੁਝ ਕੰਮ ਉਹ ਪੰਜਾਬੀ ਵਿੱਚ ਕਹਾਵਤ ਹੁੰਦੀ ਆ ਕਿ ਕਹਿਣਾ ਆਪਣਾ ਧੀ ਨੂੰ ਤੇ ਸੁਣਾਉਣਾ ਨੂੰਹ ਨੂੰ, ਉਹ ਗੱਲਾਂ ਵੀ ਹੁੰਦੀਆਂ ਨੇ। ਹੁਣ ਜਿਹੜੇ ਬੰਦੇ ਵੱਡੇ ਵੱਡੇ ਸੋਚ ਰਹੇ ਸੀਗੇ, ਜਿਹੜੇ 90-92 MLA ਆਏ ਨੇ, ਉਹਨਾਂ ਵਿੱਚੋਂ ਬਹੁਤਿਆਂ ਨੂੰ ਲੱਗਦਾ ਸੀ ਕਿ ਮਿਨਿਸਟਰੀਆਂ ਜਿਹੜੀਆਂ ਇਹ ਲਈਆਂ ਗਈਆਂ ਨੇ, ਸ਼ਾਇਦ ਪੈਸੇ ਦੇ ਕੇ ਲਈਆਂ ਗਈਆਂ ਨੇ, ਤੇ ਅਸੀਂ ਹੋਰ ਵੀ ਜਿਹੜੀਆਂ ਮਿਨਿਸਟਰੀ ਦੀ ਐਕਸਪੈਂਸ਼ਨ ਹੋਣੀ ਆ ਉਹ ਪੈਸੇ ਦੇ ਕੇ ਲੈ ਲਵਾਂਗੇ। ਉਹ ਵੀ ਚੁੱਪ ਕਰ ਜਾਣਗੇ, ਉਹ ਟਿਕ ਜਾਣਗੇ, ਉਹਨਾਂ ਨੂੰ ਪਤਾ ਲੱਗ ਜਾਊਗਾ। ਮੰਨ ਲਓ ਜੇ ਪੈਸੇ ਦੇ ਕੇ ਮਿਨਿਸਟਰੀਆਂ ਲਈਆਂ ਵੀ ਨੇ ਤਾਂ ਘੱਟੋ ਘੱਟ ਇਹ ਤਾਂ ਕਲੀਅਰ ਹੋ ਗਿਆ ਨਾ ਵੀ ਕਮਾਉਣ ਨੂੰ ਕੁਝ ਨਹੀਂ ਹੈਗਾ। ਤਾਂ ਕਮਾਈ ਦਾ ਸਾਧਨ ਜਦੋਂ ਰੋਕ ਲਓਗੇ ਤੁਸੀਂ ਤਾਂ ਉਹ ਚੀਜ਼ਾਂ ਦੇ ਉੱਤੇ ਆਪੇ ਰੁਕਾਵਟ ਆ ਜਾਂਦੀ ਹੈ। ਅਲਟੀਮੇਟਲੀ ਜਿਹੜੇ ਡਰੱਗਸ ਦੀ ਵੀ ਪ੍ਰੋਬਲਮ ਆ, ਉਹ ਕਿਉਂ ਇੰਨਾ ਵੱਧਦਾ? ਕਿਉਂਕਿ ਉਹਦੇ ਵਿੱਚ ਕਮਾਈ ਦਾ ਜ਼ਰੀਆ ਵੱਡਾ ਹੈਗਾ, ਉਹਦੇ ਵਿੱਚ ਮਾਰਜਨ ਮਨੀ ਬਹੁਤ ਵੱਡੀ ਹੈ। ਤੇ ਭ੍ਰਿਸ਼ਟਾਚਾਰ ਵਿੱਚ ਵੀ ਆਪਣਾ ਪੋਲਿਟਿਕਸ ਵਿੱਚ ਜਾ ਕੇ ਮਾਰਜਨ ਮਨੀ ਬਹੁਤ ਜ਼ਿਆਦਾ, ਕੋਈ ਮਿਹਨਤ ਕਰਨ ਦੀ ਲੋੜ ਨਹੀਂ ਹੈਗੀ। ਤੁਸੀਂ ਮੰਤਰੀ ਨੇ ਫੋਨ ਕੀਤਾ, ਪੈਸੇ ਆ ਗਏ। ਉਹ ਮਾਰਜਨ ਮਨੀ ਜ਼ਿਆਦਾ, ਉਹ ਜ਼ਿਆਦਾ ਆਕਰਸ਼ਿਤ ਕਰਦੀ ਆ। ਤੁਸੀਂ ਜਦੋਂ ਮਾਰਜਨ ਮਨੀ ਘਟਾ ਦੋਗੇ ਔਰ ਜਦੋਂ ਤੁਸੀਂ ਪਤਾ ਲੱਗ ਜਾਊਗਾ ਕਿ ਕੋਈ ਫਾਇਦਾ ਨਹੀਂ ਹੈਗਾ, ਲੋਕ ਆਪਣੇ ਆਪ ਉਸ ਪਾਸਿਓਂ ਪਿੱਠ ਕਰ ਲੈਣਗੇ। ਤੇ ਉਹ ਭ੍ਰਿਸ਼ਟਾਚਾਰ ਖਤਮ ਹੁੰਦਾ ਜਾਏਗਾ, ਘੱਟ ਹੁੰਦਾ ਜਾਏਗਾ, ਤੇ ਜਿਹੜੀ ਸਾਡੀ ਰਾਜਨੀਤੀ ਹੈਗੀ ਆ ਉਹ ਪਿਓਰ ਹੁੰਦੀ ਜਾਏਗੀ। ਫੁੱਲ ਪਿਓਰਿਟੀ ਦੇ ਵਿੱਚ ਤਾਂ ਕਦੇ ਵੀ ਨਹੀਂ ਆ ਸਕੇਗੀ, ਕੁਛ ਨਾ ਕੁਛ ਅਡਲਟਰੇਸ਼ਨ ਤਾਂ ਰਹੇਗੀ। 10-20 ਪੈਸੇ 30 ਪੈਸੇ ਤੱਕ, ਮੈਂ ਕਹਿੰਦਾ ਜੇ ਇਹ 50 ਪੈਸੇ ਤੱਕ ਵੀ ਲੈ ਆਏ ਨਾ ਭਗਵੰਤ ਹੋਣੀ, ਭ੍ਰਿਸ਼ਟਾਚਾਰ ਨੂੰ ਥੱਲੇ ਲਿਆਏ, ਤਾਂ ਪੰਜਾਬ ਦਾ ਜੋ ਆਪਾਂ ਹਾਲਾਤ ਅੱਜ ਨੇ, ਜੇ ਜ਼ਮੀਨ ਆ ਤੇ ਅਸੀਂ ਅਸਮਾਨ ਤੇ ਪਹੁੰਚ ਜਾਵਾਂਗੇ। ਇੰਨੀ ਤਰੱਕੀ ਕਰੇਗਾ ਕਿਉਂਕਿ ਫਲੋ ਮਨੀ ਬਹੁਤ ਜ਼ਿਆਦਾ ਹੈਗਾ ਪੰਜਾਬ ਦੇ ਵਿੱਚ। ਲੋਕਾਂ ਨੂੰ ਖਰਚਾ ਕਰਨ ਦੀ ਵੀ ਆਦਤ ਹੈਗਾ, ਪੈਸਾ ਬਾਹਰੋਂ ਵਿਦੇਸ਼ਾਂ ਤੋਂ ਵੀ ਸਾਨੂੰ ਬਹੁਤ ਆਉਂਦਾ ਹੈਗਾ, ਆ ਕੇ ਉਹ ਇੰਡੀਅਨ ਇਕਨੋਮੀ ਦਾ ਹਿੱਸਾ ਬਣਦਾ ਹੈਗਾ। ਉਹ ਚਾਹੇ ਵੈਸਟਰਨ ਯੂਨੀਅਨ ਦੇ ਆਉਂਦਾ ਹੈਗਾ, ਚਾਹੇ ਮਤਲਬ ਉਹ ਹਵਾਲਾ ਦੇ ਰਾਹੀਂ ਆਉਂਦਾ ਹੈਗਾ, ਉਹ ਬਣਦਾ ਤਾਂ ਇੰਡੀਅਨ ਇਕਨੋਮੀ ਦਾ ਹੀ ਹਿੱਸਾ ਬਣ ਜਾਂਦਾ ਨਾ, ਕਿਉਂਕਿ ਮੁੜ ਕੇ ਖਰੀਦੋ ਫਰੋਖਤ ਉਹਦੇ ਨਾਲ ਹੀ ਹੁੰਦੀ ਆ, ਅੱਗੇ ਤਾਂ ਪੈਸਾ ਚਲਾ ਨਹੀਂ ਜਾਂਦਾ। ਸੋ ਉਹ ਇੱਕ ਬੜਾ ਵੱਡਾ ਸਿਲਸਿਲਾ ਹੈਗਾ। ਪਰ ਜੋ ਭਗਵੰਤ ਮਾਨ ਨੇ ਕੰਮ ਕੀਤਾ, ਆਪਣੇ ਹੀ ਵੱਡੇ ਰੁਤਬੇ ਵਾਲੇ ਹੈਲਥ ਮਿਨਿਸਟਰ ਨੂੰ ਇਸ ਤਰੀਕੇ ਨਾਲ ਕਤਲ ਕਰਨਾ, ਰਾਜਨੀਤਿਕ ਕਤਲ ਕਰਨਾ, ਇਹ ਬਹੁਤ ਵੱਡੀ ਪ੍ਰਾਪਤੀ ਆ। ਔਰ ਇਹੀ ਜਿਹੀਆਂ ਪ੍ਰਾਪਤੀਆਂ ਇਹਨਾਂ ਨੂੰ ਹਰ ਸਾਲ 3-4 ਵਾਰ ਕਰਨੀਆਂ, ਨਹੀਂ ਉਦੋਂ ਬਿਨਾਂ ਕੰਮ ਨਹੀਂ ਬਣਨਾ। ਜੇ ਐਤਕੀ ਮੰਤਰੀ ਮਾਰਿਆ, ਅਗਲੀ ਵਾਰ IAS ਅਫਸਰ ਦੱਬੋ, ਉਦੋਂ ਬਾਅਦ IPS ਅਫਸਰ ਦੱਬੋ, ਉਦੋਂ ਬਾਅਦ ਕੋਈ ਫਿਰ ਦੂਜੀ ਵਿਰੋਧੀ ਧਿਰ ਵਾਲਾ ਨੇਤਾ ਦੱਬੋ। ਲੋਕਾਂ ਨੂੰ ਮਤਲਬ ਐਗਜ਼ਾਮਪਲ ਤੇ ਐਗਜ਼ਾਮਪਲ ਸੈੱਟ ਕਰਨੀ ਪੈਂਦੀ ਹੈ। ਜਦੋਂ ਦੜਾਕ ਭਜਦਾ ਹੁੰਦਾ ਨਾ ਤਾਂ ਹਰ ਕਦਮ ਉਹਨੇ ਵੱਡੀ ਪਲਾਂਘ ਚੱਕਣੀ ਹੁੰਦੀ ਆ। ਉਹ ਵੱਡੀ ਪਲਾਂਘ ਹੀ ਉਹਦੀ ਜਿੱਤ ਤੈਅ ਕਰਦੀ ਆ। ਹਰ ਪਲਾਂਘ ਅਗਲੀ ਪਲਾਂਘ ਵੱਡੀ ਹੁੰਦੀ ਜਾਣੀ, ਵੱਡੀ ਕਰਨੀ ਪੈਣੀ ਆ। ਉਸ ਤੋਂ ਬਿਨਾਂ ਕੋਈ ਰਸਤਾ ਨਹੀਂ ਹੈਗਾ ਜੇ ਤੁਸੀਂ ਆਪਣੀ ਹੀ ਬਣਾਈ ਹੋਈ ਦੌੜ ਨੂੰ ਜਿੱਤਣਾ। ਸੁਖਵਿੰਦਰ ਜੀ ਜੀ ਸਮਝ ਸਾਹਿਬ, ਇਹਦੇ ਵਿੱਚ ਨਾ ਇਹਦੇ ਆਲੇ ਦੁਆਲੇ ਬੜੇ ਸਵਾਲ ਖੜੇ ਹੋ ਰਹੇ ਨੇ। ਇੱਕ ਤਾਂ ਮੈਂ ਇਕੱਠੀ ਕਰ ਦਿੰਦਾ ਸਾਰੇ ਸਵਾਲ ਕਿ ਇੱਕ ਤਾਂ ਜਿਹੜਾ ਇਹ ਸਿਹਤ ਮੰਤਰੀ ਦਾ ਜਿਹੜਾ ਕਾਰਜਭਾਰ ਹੈ ਉਹ ਸਾਰਾ ਮੁੱਖ ਮੰਤਰੀ ਸਾਹਿਬ ਨੇ ਆਪਣੇ ਅੰਡਰ ਲੈ ਲਿਆ। ਉਹ ਹੁਣ ਸਾਰਾ ਦੇਖਣਗੇ ਅੱਗੇ, ਜਿਵੇਂ ਮੁਹੱਲਾ ਕਲੀਨਿਕ ਖੋਲਣੇ ਨੇ ਜਾਂ ਜੋ ਵੀ ਕਰਨਾ ਹਸਪਤਾਲਾਂ ਨੂੰ ਲੈ ਕੇ, ਉਹ ਸਾਰਾ ਉਹ ਧਿਆਨ ਦੇਣਗੇ। ਦੂਜੇ ਬੰਨੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਕੈਬਨਿਟ ਦੇ ਵਿੱਚ ਫੇਰਬਦਲ ਹੋ ਸਕਦਾ ਹੈ ਜਾਂ ਫਿਰ ਵਿਸਥਾਰ ਵੀ ਹੋ ਸਕਦਾ। ਉਹ ਸ਼ਾਇਦ ਬਜਟ ਸੈਸ਼ਨ ਤੋਂ ਬਾਅਦ ਦੀਆਂ ਗੱਲਾਂ ਨੇ। ਅੱਗੇ ਰਾਜ ਸਭਾ ਦੀਆਂ ਸੀਟਾਂ ਦੀ ਵੀ ਗੱਲ ਚੱਲ ਰਹੀ ਹੈ ਕਿ ਕੀ ਪਤਾ ਲੱਗਦਾ ਉਧਰੋਂ ਧਿਆਨ ਨਾ ਭਟਕਾਉਣਾ ਹੋਵੇ। ਫਿਰ ਕਈ ਇਹ ਵੀ ਕਹਿੰਦੇ ਨੇ ਕਿ ਸਰਕਾਰ ਆਪਣੇ ਪੈਰਾਂ ਤੇ ਕੁਹਾੜਾ ਕਿਉਂ ਮਾਰੇਗੀ, ਕਾਰਨ ਕੀ ਰਿਹਾ ਕਿ ਇਹੋ ਜਿਹਾ ਮੰਤਰੀ ਨੂੰ ਟੰਗ ਦੇਣਾ, ਫਿਰ ਉਹ ਵੀ ਰੰਗੇ ਹੱਥੀ ਨਹੀਂ ਫੜਿਆ ਜਾਣਾ ਮੰਤਰੀ ਦਾ। ਇਹ ਵੀ ਆਪਣੇ ਆਪ 'ਚ ਸਵਾਲ ਬਣਦਾ ਹੈ ਕਿ ਜੇ ਤੁਸੀਂ ਫੜਨਾ ਹੀ ਸੀ ਤਾਂ ਰੈੱਡ ਹੈਂਡਡ ਸਾਹਮਣੇ ਸਬੂਤ ਹੁੰਦੇ, ਪਤਾ ਲੱਗਦਾ ਕਿ ਹਾਂ ਪੈਸਾ ਲਿਆ। ਹੁਣ ਤਾਂ ਹਵਾ ਦੇ ਵਿੱਚ ਗੱਲ ਹੈ, ਹੁਣ ਤਾਂ ਆਡੀਓ ਰਿਕਾਰਡ ਜਾਂ WhatsApp ਦੀਆਂ ਕਾਲਾਂ ਦੀ ਗੱਲ ਕੀਤੀ ਜਾ ਰਹੀ ਹੈ। ਕੀ ਉਹ ਅਦਾਲਤ ਦੇ ਵਿੱਚ ਪ੍ਰੂਫ ਹੋ ਸਕੇਗਾ ਸਾਰਾ ਕੁਝ? ਦੇਖੋ, ਜੇ ਤਾਂ ਉਹ ਕਹਿ ਰਹੇ ਨੇ ਕਿ 5 ਲੱਖ ਰੁਪਏ ਦਿੱਤਾ ਗਿਆ ਔਰ ਮੰਤਰੀ ਸਾਹਿਬ ਜਿਹੜੇ ਸਾਬਕਾ ਮੰਤਰੀ ਹੈਲਥ ਮਿਨਿਸਟਰ ਸੀਗੇ ਸਿੰਗਲਾ ਜੀ, ਉਹ ਮੰਨੇ ਨੇ ਕਿ ਪੈਸਾ ਲਿਆ ਹੈਗਾ। ਉਹਨਾਂ ਨੇ ਕਨਫੈਸ਼ਨ ਕੀਤਾ, ਸਟਿੰਗ ਹੋਇਆ,
ਫਿਰ ਤਾਂ ਗੱਲ ਬਣਦੀ ਆ। ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਕਿ ਅਦਾਲਤ ਵਿੱਚ ਇਹ ਮਸਲਾ ਖੜਾ ਹੁੰਦਾ ਜਾਂ ਨਹੀਂ ਹੁੰਦਾ। ਉਹ ਤਾਂ ਹੁਣ ਪੰਜਾਬ ਸਰਕਾਰ ਦੀ ਵਕੀਲਾਂ ਦੀ ਫੌਜ ਆ, ਉਹਨਾਂ ਦਾ ਕੰਮ ਹੈਗਾ। ਪਰ ਇਹ ਚੀਜ਼ ਬੜੀ ਵੱਡੀ ਹੋ ਜਾਏਗੀ ਜੇ ਕੱਲ ਨੂੰ ਸਿੰਗਲਾ ਸਾਹਿਬ ਉਹਦੇ ਤੇ ਆ ਜਾਂਦੇ ਨੇ ਜ਼ਮਾਨਤ ਤੇ ਬਾਹਰ, ਤੇ ਜਾ ਕੇ ਉਹਨਾਂ ਨੇ ਕੁਛ ਇਹੀ ਜਿਹੀ ਗੱਲ ਕਰਤੀ ਕਿ ਜਿਹੜੀ ਟਿਕਟਾਂ ਦੀ ਖਰੀਦੋ ਫਰੋਖ ਦੀ ਗੱਲ ਹੋਈ ਸੀ ਤੇ ਉਹਨਾਂ ਦਾ ਕੈਰੀਅਰ ਤਾਂ ਖਤਮ ਹੋ ਗਿਆ। ਹਮ ਤੋਂ ਡੂਬेंगे सनम तुमको भी ले डूबेंगे। ਜੇ ਸਿੰਗਲਾ ਸਾਹਿਬ ਨੇ ਕੋਈ ਇਹੋ ਜਿਹੀ ਗੱਲ ਕਰਤੀ ਕਿ ਮੈਂ ਤਾਂ ਜੀ ਇੰਨੇ ਕਰੋੜ ਰੁਪਈਆ ਦੇ ਕੇ ਟਿਕਟ ਖਰੀਦੀ ਸੀ, ਤੇ ਉਹ ਵੀ ਇੱਕ ਬੜਾ ਵੱਡਾ ਮਤਲਬ ਸ਼ਰਮ ਦੇ ਲਈ ਇੱਕ ਸਬਬ ਬਣ ਜਾਏਗਾ, ਸਰਕਾਰ ਦੇ ਲਈ ਬਹੁਤ ਵੱਡਾ ਰੌਲਾ ਪੈ ਜਾਏਗਾ ਉਹਦੇ ਨਾਲ। ਔਰ ਇਹਦੇ ਨਾਲ ਧਿਰਬੰਦੀ ਵੀ ਬਣ ਸਕਦੀ ਆ, ਕਿਉਂਕਿ ਪਹਿਲਾਂ ਵੀ ਇੱਕ ਧਿਰ ਖੜੀ ਹੈਗੀ ਆਮ ਆਦਮੀ ਪਾਰਟੀ ਵਿੱਚ ਜਿਹੜੇ ਪੁਰਾਣੇ ਸੀਨੀਅਰ ਲੀਡਰ ਨੇ ਜਿਨ੍ਹਾਂ ਨੂੰ ਵਜ਼ਾਰਤਾਂ ਤੋਂ ਦੂਰ ਰੱਖਿਆ ਗਿਆ, ਔਰ ਇਸ ਤਰ੍ਹਾਂ ਦੇ ਲੋਕ ਜੁੜ ਜਾਣਗੇ। ਔਰ ਜਿਵੇਂ ਪਟਿਆਲੇ ਵਾਲੇ ਆਪਣੇ ਵਿਧਾਇਕ ਨੇ, ਪਟਿਆਲਾ 2 ਦੇ ਵਿਧਾਇਕ ਡਾਕਟਰ ਬਲਬੀਰ ਸਿੰਘ, ਉਹਦੇ ਨਾਲ ਵੀ ਆਪਾਂ ਨੂੰ ਰਿਵਾਇਲਰੀ ਦਾ ਪਤਾ ਲੱਗਦਾ ਕਿ ਪਟਿਆਲੇ ਤੋਂ ਮੰਤਰੀ ਬਣਨਾ ਸੀ ਤੇ ਸ਼ਾਇਦ ਸੁਣਨ ਵਿੱਚ ਤਾਂ ਆਇਆ ਕਿ ਕੋਹਲੀ ਸਾਹਿਬ ਨੂੰ ਇਹ ਚੀਜ਼ ਪਸੰਦ ਨਹੀਂ ਸੀ। ਤੇ ਹਾਲਾਂਕਿ ਕੇਸ ਜਿਹੜਾ ਸੀਗਾ ਡਾਕਟਰ ਬਲਬੀਰ ਦਾ ਬਹੁਤ ਪੁਰਾਣਾ ਚੱਲ ਰਿਹਾ ਸੀ, ਪਰ ਜਦੋਂ ਉਹਨਾਂ ਦਾ ਵਜ਼ਾਰਤ ਵਿੱਚ ਸ਼ਾਮਲ ਹੋਣ ਦਾ ਨਾਮ ਆਇਆ ਉਦੋਂ ਇਹ ਚੀਜ਼ ਆ ਕੇ ਫੈਸਲਾ ਆ ਜਾਂਦਾ ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਨਵਜੋਤ ਸਿੰਘ ਸਿੱਧੂ ਦਾ 34 ਸਾਲ ਬਾਅਦ ਫੈਸਲਾ ਆਉਂਦਾ। ਕਈ ਚੀਜ਼ਾਂ ਨੂੰ ਤੁਸੀਂ ਇਸ ਤਰ੍ਹਾਂ ਨਹੀਂ ਦੇਖ ਸਕਦੇ ਕਿ ਇਹ ਇਨਸਾਫ ਹੋਇਆ। ਕਈ ਚੀਜ਼ਾਂ ਜਿਹੜੇ ਇਨਸਾਫ ਹੋਏ ਨੇ ਨਾ ਉਹ ਰਾਜਨੀਤੀ ਵਿੱਚ ਰੰਗੇ ਹੋਏ ਇਨਸਾਫ ਨੇ, ਸੋ ਇਹਨਾਂ ਨੂੰ ਇਨਕਾਰੀ ਨਹੀਂ ਹੋ ਸਕਦੇ। CBI ਦੇ ਉੱਪਰ ਰੇਡ ਪਈ ਆ ਮਲੇਰਕੋਟਲੇ ਵਾਲੇ ਤਾਰਾ ਫੈਕਟਰੀ ਵਾਲਿਆਂ ਦੇ, ਜੋ ਵਿਧਾਇਕ ਹੈਗੇ ਨੇ ਅਮਰਗੜ੍ਹ ਤੋਂ ਆਪ ਦੇ, ਉਹਨਾਂ ਉੱਤੇ ਵੀ ਪਈ ਹੈਗੀ ਆ ਰੇਡ ਪਈ ਆ। ਉਹਨਾਂ ਨੂੰ ਵੀ ਮੂੰਹ ਉਹਨਾਂ ਦਾ ਕਾਲਾ ਕਰਨ ਦਾ ਪੂਰੀ ਕੋਸ਼ਿਸ਼ ਕੀਤੀ ਗਈ ਆ। ਸੋ ਵਿਰੋਧੀ ਧਿਰ ਵੀ ਤਾਂ ਆਪਣੇ ਆਪ ਨੂੰ ਪੂਰਾ ਜ਼ੋਰ ਲਾ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਅਸੀਂ ਪੂਰਾ ਸਾਬਤ ਕਰਦੀ ਹੈ ਕਿ ਭ੍ਰਿਸ਼ਟਾਚਾਰੀਆਂ ਦੀ ਪਾਰਟੀ ਹੈਗੀ ਆ। ਤੇ ਫਿਰ ਆਮ ਆਦਮੀ ਪਾਰਟੀ ਦਾ ਵੀ ਪੂਰਾ ਹੱਕ ਬਣ ਜਾਂਦਾ ਕਿ ਆਪਣੇ ਆਪ ਨੂੰ ਸਾਬਤ ਕਰੇ ਕਿ ਉਹ ਭ੍ਰਿਸ਼ਟਾਚਾਰੀਆਂ ਦਾ ਇੱਕ ਪੈਸਾ ਵੀ ਨਾਲ ਨਹੀਂ ਲੈ ਸਕਦੀ, ਇੱਕ ਮਾਸਾ ਵੀ ਬੰਦਾ ਉਹਨਾਂ ਦੇ ਨਾਲ ਨਹੀਂ ਹੋਏਗਾ। ਹਾਲਾਂਕਿ ਜਿਹੜੇ ਆਏ ਬੰਦੇ ਨੇ, ਜਿਹੜੇ 92 ਆਏ ਨੇ, ਇਹਨਾਂ ਵਿੱਚ ਕੇਸ ਵੀ ਚੱਲਦੇ ਨੇ ਕਾਫੀ ਚਾਹੁੰਦਾ। ਸੋ ਗੱਲਾਂ ਇਹ ਨੇ ਕਿ ਦੋਨੇ ਪਾਸੇ ਨੇ। ਇਹਦਾ ਨੁਕਸਾਨ ਕੀ ਹੁੰਦਾ ਆਮ ਆਦਮੀ ਪਾਰਟੀ ਨੂੰ, ਇਹ ਆਉਣ ਵਾਲਾ ਸਮਾਂ ਦੱਸੇਗਾ। ਜੇ ਸਿੰਗਲਾ ਸਾਹਿਬ ਕੋਈ ਝੰਡਾ ਚੱਕਦੇ ਨੇ ਤਾਂ ਇਹਨਾਂ ਨੂੰ ਨੁਕਸਾਨ ਹੋਏਗਾ, ਨਹੀਂ ਨੁਕਸਾਨ ਨਹੀਂ ਹੋਏਗਾ, ਨਹੀਂ ਤਾਂ ਬਹੁਤ ਬੁਰਾ ਹਾਲ ਹੋ ਜਾਏਗਾ। ਫਿਰ ਆਮ ਆਦਮੀ ਪਾਰਟੀ ਦੀ ਅਕਸ ਵੀ ਉੱਚਾ ਹੋ ਜਾਏਗਾ, ਭਗਵੰਤ ਮਾਨ ਦਾ ਅਕਸ ਵੀ ਉੱਚਾ ਹੋ ਹੀ ਚੁੱਕਿਆ ਹੈਗਾ, ਔਰ ਉਹ ਬਰਕਰਾਰ ਰਹੇਗਾ ਔਰ ਉਹ ਹੋਰ ਉੱਚਾ ਹੁੰਦਾ ਜਾਵੇਗਾ। ਸੋ ਇਹ ਗੱਲਾਂ ਨੇ, ਦੋਨੋਂ ਤਰਫ ਦੀਆਂ ਗੱਲਾਂ ਨੇ। ਪਰ ਮੈਂ ਇੱਕ ਗੱਲ ਦੱਸਾਂ ਤੁਹਾਨੂੰ ਸੁਖਵਿੰਦਰ, ਇੰਨਾ ਬੇਵਕੂਫ ਤਾਂ ਭਗਵੰਤ ਮਾਨ ਵੀ ਨਹੀਂ ਹੈਗਾ ਕਿ ਐਡਾ ਵੱਡਾ ਕਦਮ ਚੱਕੇਗਾ। ਆਫਟਰ ਆਲ ਮੁੱਖ ਮੰਤਰੀ ਹੈਗਾ, ਖੁਦ ਸਾਰਾ ਕੁਝ ਕਰ ਰਿਹਾ। ਸੋ ਉਹ ਕੱਚੇ ਪੈਰੀ ਐਡੀ ਬੇਵਕੂਫੀ ਕਦੇ ਵੀ ਨਹੀਂ ਕਰੂਗਾ। ਜੇ ਉਹ ਕਰ ਗਿਆ ਤੇ ਫਿਰ ਪੰਜਾਬ ਨੂੰ ਐਡਾ ਅਣਜਾਣ ਮੁੱਖ ਮੰਤਰੀ ਨਹੀਂ ਕਦੇ ਮਿਲੂਗਾ। ਸੋ ਦੋਨੇ ਗੱਲਾਂ ਨਾਲੋਂ ਨਾਲ ਹੀ ਚੱਲਣਗੀਆਂ। ਮੈਂ ਜਿਵੇਂ ਗੱਲ ਕੀਤੀ ਫੇਰ ਬਦਲ ਦੀ ਮੰਤਰੀ ਮੰਡਲ ਵਿੱਚ ਪਹਿਲਾਂ ਵੀ ਨਿਗਾਹ ਰੱਖ ਰਹੇ ਨੇ ਕਈ MLA ਜਿਹੜੇ ਸੀਨੀਅਰ ਨੇ, ਉਹ ਵੀ ਅਮਨ ਅਰੋੜਾ, ਬਲਜਿੰਦਰ ਕੌਰ, ਹੋਰ ਵੀ ਬੜੇ ਨੇ ਜਿਨ੍ਹਾਂ ਨੂੰ ਪੁੱਛਿਆ ਜਾਂਦਾ ਰਿਹਾ ਕਿ ਤੁਹਾਨੂੰ ਮੰਤਰੀ ਬਣਨ ਦਾ ਚਾਹ। ਮੈਂ ਸਮਝ ਗਿਆ ਗੱਲ, ਤੁਹਾਡੀ ਗੱਲ ਬੜੀ ਸਿਆਣੀ ਆ। ਪਰ ਇਹਦੇ ਦੋ ਸਿੱਕੇ ਦੇ ਦੋ ਪਹਿਲੂ ਨੇ। ਜਿਹੜੇ ਲੋਕ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਟਿਕਟਾਂ ਵੀ ਪੈਸੇ ਲੈ ਕੇ ਦਿੰਦੀ ਆ, ਵਜ਼ਾਰਤਾਂ ਵੀ ਪੈਸੇ ਲੈ ਕੇ ਦਿੰਦੀ ਆ, ਰਾਜ ਸਭਾ ਦੀਆਂ ਸੀਟਾਂ ਵੀ ਪੈਸੇ ਲੈ ਕੇ ਦਿੰਦੀ ਆ, ਫਿਰ ਮੈਨੂੰ ਇਹ ਦੱਸੋ ਵੀ ਜਦੋਂ ਰਾਜ ਸਭਾ ਦਾ ਕੰਮ, 2 ਰਾਜ ਸਭਾ ਮੈਂਬਰਾਂ ਦੀ ਚੋਣ ਪੰਜਾਬ ਦੇ ਵਿੱਚ ਚੱਲ ਰਹੀ ਆ, ਫਿਰ ਤਾਂ ਆਮ ਆਦਮੀ ਪਾਰਟੀ ਮਤਲਬ 100-200 ਕਰੋੜ ਰੁਪਏ ਇੱਕ ਸੀਟ ਤੋਂ ਇਕੱਠੇ ਕਰਨ ਵੱਲ ਵਧੇਗੀ। ਫਿਰ ਉਹ ਇਸ ਤਰ੍ਹਾਂ ਦਾ ਮੈਸੇਜ ਕਿਉਂ ਦੇਣਾ ਚਾਹੇਗੀ ਕਿ ਅਸੀਂ ਤਾਂ ਮਿਨਿਸਟਰ ਨੂੰ ਹੀ ਸੈਕ ਕਰ ਦਿੰਦੇ ਆ? ਕਿਉਂਕਿ ਗੱਲ ਤਾਂ ਉਹ ਵੀ ਇਹੀ ਕਹਿੰਦੇ ਵੀ ਕੱਲ MLA ਦੀ ਟਿਕਟ ਉਹ ਵੀ ਪੈਸੇ ਦੇ ਕੇ ਲੈ ਕੇ ਆਇਆ ਸੀ। ਜਿਹੜਾ ਬੰਦਾ ਪੈਸੇ ਦੇ ਕੇ ਲੈ ਕੇ ਆਇਆ ਹੋਵੇ ਟਿਕਟ, ਉਹਨੂੰ ਸੈਕ ਕਿਵੇਂ ਤੁਸੀਂ ਕਰ ਦੋਗੇ? ਸੋ ਉਹ ਚੀਜ਼ਾਂ ਨੇ। ਵਜ਼ਾਰਤ ਵਿੱਚ ਜਾਣ ਵਾਲੇ ਬੰਦਿਆਂ ਦੀ ਫਹਿਰਿਸਤ ਬਹੁਤ ਲੰਬੀ ਹੈਗੀ ਆ। ਹਰ ਬੰਦਾ ਚਾਹੁੰਦਾ, ਹੁਣ ਮੈਂ ਕੱਲ ਪਰਸੋਂ ਨਾਭੇ ਗਿਆ ਸੀ, ਦੇਵਮਾਨ ਸਾਹਿਬ ਦਾ ਦਫ਼ਤਰ ਬਣ ਰਿਹਾ ਥੂਹੀ ਰੋਡ ਦੇ ਕੋਲੇ। ਉਹ ਮਤਲਬ ਐਂ ਲੱਗ ਰਿਹਾ ਜਿਵੇਂ ਸੋਨੀ TV ਦਾ ਵੱਡਾ ਸ਼ੋਰੂਮ ਖੁੱਲ ਰਿਹਾ ਹੋਵੇ। ਵੱਡੇ 30 ਫੁੱਟ ਫਰੰਟ ਦੇ ਉੱਪਰ ਸ਼ੀਸ਼ੇ ਲੱਗ ਰਹੇ ਸੀ, ਉੱਪਰ ਬੜੇ ਹੀ ਕਰਸਿਵ ਰਾਈਟਿੰਗ ਦੇ ਵਿੱਚ ਅੰਗਰੇਜ਼ੀ ਵਿੱਚ ਲਿਖਿਆ ਸੀ ਉਹਨਾਂ ਦਾ ਗੁਰਦੇਵ ਸਿੰਘ ਮਾਨ MLA। ਮਤਲਬ ਮੈਂ ਇੱਕ ਗੱਲ ਉਹਨੂੰ ਦੇਖ ਕੇ ਸਵਾਲ ਤਾਂ ਜ਼ਰੂਰ ਪੈਦਾ ਹੁੰਦਾ ਸੀ ਕਿ ਗਰੀਬ ਆਦਮੀ ਜਿਹੜਾ MLA ਸਾਈਕਲ ਤੇ ਚੱਲਦਾ, ਜਿਹਦੇ ਕੋਲੇ ਸਕੂਟਰ ਲੈਣ ਦੇ ਵੀ ਕਹਿੰਦੇ ਪੈਸੇ ਨਹੀਂ ਹੈਗੇ, ਤੇ ਉਹ ਇੰਨੇ ਮਹਿੰਗੇ ਸ਼ੋਰੂਮ ਦੇ ਉੱਪਰ ਕੌਣ ਪੈਸੇ ਲਾ ਰਿਹਾ? ਤੇ ਜੇ ਕੋਈ ਪੈਸੇ ਲਾ ਰਿਹਾ ਤੁਹਾਡੇ ਉੱਤੇ, ਤੇ ਫਿਰ ਉਹ ਆਪਣਾ ਕੀ ਕਹਿੰਦੇ ਨੇ, ਆਪਣਾ ਲਾਹਾ ਵੀ ਖੱਟੇਗਾ। ਕਹਿੰਦੇ ਨੇ ਜਦੋਂ ਰੋਣਾ ਹੈਗਾ ਤਾਂ ਇਕੱਲੇ ਰੋਵੋ, ਕਿਸੇ ਹੋਰ ਕੋਲੇ ਰੋਣੋਗੇ ਤਾਂ ਚੁੱਪ ਕਰਾਉਣ ਦਾ ਸੌਦਾ ਕਰੂਗਾ। ਤੇ ਜੇ ਗੁਰਦੇਵ ਮਾਨ ਕਿਸੇ ਕੋਲ ਗਿਆ ਹੈਗਾ ਆਪਣੀ ਗਰੀਬੀ ਦਿਖਾ ਕੇ ਤੇ ਕੋਈ ਵੱਡਾ ਸ਼ੋਰੂਮ ਬਣਾ ਰਿਹਾ,
ਤੇ ਕੋਈ ਨਾ ਕੋਈ ਸੌਦਾ ਤਾਂ ਹੋਇਆ ਹੋਏਗਾ। ਸੋ ਗੱਲਾਂ ਤਾਂ ਦੋਨੇ ਪਾਸੇ ਨੇ। ਆਮ ਆਦਮੀ ਪਾਰਟੀ ਉੱਪਰ ਸਵਾਲ ਵੀ ਉਨੇ ਹੀ ਨੇ, ਪਰ ਆਮ ਆਦਮੀ ਪਾਰਟੀ ਵੱਲੋਂ ਜਵਾਬ ਵੀ ਉਨੇ ਹੀ ਵੱਡੇ ਨੇ। ਸੁਖਵਿੰਦਰ ਜੀ ਬਿਲਕੁਲ ਬਿਲकुल ਗੁਰਦੇਵ ਸਿੰਘ ਮਾਨ ਬਾਰੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਹ ਗਰੀਬ ਤਾਂ ਨਹੀਂ, ਆਮ ਆਦਮੀ ਕਹਿ ਸਕਦੇ ਆ। ਉਹਨਾਂ ਦੀ ਵਾਈਫ ਬਾਹਰ ਦੇ ਪੀਆਰ ਨੇ, ਸ਼ਾਇਦ ਕੈਨੇਡਾ ਦੇ, ਉੱਥੋਂ ਆਏ ਸੀ ਉਹ ਉਹਨਾਂ ਦੀ ਚੋਣ ਮੁਹਿੰਮ ਦੇ ਵਿੱਚ ਹੁੰਗਾਰਾ ਦੇਣ ਲਈ। ਆਪਣੀ ਗੱਲ ਕੰਪਲੀਟ ਨਹੀਂ ਹੋਈ ਉਸ ਮਸਲੇ ਦੇ ਉੱਤੇ। ਮੈਂ ਜਿਹੜੀ ਗੱਲ ਕਹਿ ਰਿਹਾ ਸੀ ਕਿ ਮੰਤਰੀ ਮੰਡਲ ਚ ਵਿਸਥਾਰ, ਹਾਂ, ਮੰਤਰੀ ਮੰਡਲ ਚ ਵਿਸਥਾਰ ਇਸ ਤਰ੍ਹਾਂ ਕਿ ਹੁਣ ਅਮਨ ਅਰੋੜਾ ਵੀ ਖੜੇ ਆ, ਬਜਿੰਦਰ ਕੌਰ ਵੀ ਖੜੇ ਨੇ, ਜਿਹੜੇ ਪੁਰਾਣੇ ਬੰਦੇ ਨੇ, ਜਿਹੜੇ ਵੱਡੀਆਂ ਜਿੱਤਾਂ ਜਿੱਤ ਕੇ ਆਏ ਨੇ, ਉਹ ਵੀ ਖੜੇ ਨੇ, ਮੈਡਮ ਲੂੰਬਾ ਵੀ ਖੜੇ ਨੇ। ਤੇ ਉਹਨਾਂ ਦੀ ਨਾਮ ਚਰਚਾ ਚੱਲੀ ਆ ਕਈਆਂ ਦੀ ਕਿ ਹੈਲਥ ਮਿਨਿਸਟਰੀ ਕਿਹਨੂੰ ਦਿੱਤੀ ਜਾਵੇ। ਅਮਨ ਅਰੋੜੇ ਦਾ ਨਾਮ ਵੀ ਚੱਲਿਆ ਕਿ ਉਹਨਾਂ ਨੂੰ ਕਿਉਂ ਨਾ ਸੈਟਲ ਕਰ ਦਿੱਤਾ ਜਾਵੇ। ਪਰ ਫਿਲਹਾਲ ਮਾਨ ਸਾਹਿਬ ਨੇ ਉਹ ਮਿਨਿਸਟਰੀ ਆਪਣੇ ਕੋਲੇ ਰੱਖ ਲਈ। ਮਾਨ ਸਾਹਿਬ ਦਾ ਮਿਨਿਸਟਰੀ ਆਪਣੇ ਕੋਲੇ ਰੱਖਣਾ ਇਹ ਤਾਂ ਇੱਕ ਨਾਰਮਲ ਜਿਹਾ ਆਪਾਂ ਦੇਖਿਆ ਜਾਵੇ ਕਿ ਜਦੋਂ ਮਿਨਿਸਟਰ ਕੋਈ ਛੱਡ ਜਾਂਦਾ ਜਾਂ ਕਿਸੇ ਨੂੰ ਕੱਢ ਦਿੱਤਾ ਜਾਂਦਾ ਤਾਂ ਉਹਦੀ ਮਿਨਿਸਟਰੀ ਆਟੋਮੈਟਿਕਲੀ ਜਿਹੜਾ ਸੀਨੀਅਰ ਹੁੰਦਾ ਉਹਦੀ ਕਿੱਟੀ ਵਿੱਚ ਚਲੀ ਜਾਂਦੀ ਹੈ, ਅੰਟਿਲ ਅਨਲੈਸ ਜਦੋਂ ਤੱਕ ਉਹ ਕਿਸੇ ਨੂੰ ਮਿਨਿਸਟਰੀ ਬਣਦੇ ਨਹੀਂ ਹੈਗੇ। ਹੁਣ ਵਜ਼ਾਰਤ ਵਿੱਚ ਵਾਧਾ ਕਰਨਾ ਤਾਂ ਪੈਣਾ ਇਹਨਾਂ ਨੂੰ, ਕਿਉਂਕਿ ਜਿਹੜੀਆਂ ਕਨਸਟੀਟਿਊਸ਼ਨਲੀ ਜਿੰਨੇ ਮਿਨਿਸਟਰੀਆਂ ਹੈਗੀਆਂ ਨੇ ਘੱਟ ਨੇ। ਜਿੰਨਾ ਸਾਡਾ ਸੂਬਾ ਹੈਗਾ ਉਹਦੇ ਲਈ ਸਾਨੂੰ ਘੱਟੋ ਘੱਟ 12 ਤੇ ਵੱਧੋ ਵੱਧ 17-18 ਚਾਹੀਦੀਆਂ ਨੇ। ਸੋ ਹਲੇ ਸਾਡੇ 10 ਬਣਾਏ ਸੀ, ਹੁਣ ਉਹਨਾਂ 'ਚ 9 ਰਹਿ ਗਏ। ਸੋ 9 ਨੇ, ਘੱਟੋ ਘੱਟ 11-12 ਚਾਹੀਦੀਆਂ ਨੇ, ਉਹ ਪੂਰਾ ਤਾਂ ਕਰਨਾ ਪਏਗਾ। ਲੇਕਿਨ ਇਸ ਵੇਲੇ ਜਿਹੜਾ ਸਭ ਤੋਂ ਜ਼ਿਆਦਾ ਜ਼ੋਰ ਲੱਗਿਆ ਵਾ ਸੁਖਵਿੰਦਰ, ਉਹ ਬਜਟ ਦੇ ਉੱਪਰ ਲੱਗਿਆ ਹੋਇਆ, ਕਿਉਂਕਿ ਸਰਕਾਰ ਕੋਲੋਂ ਹਲੇ ਬਜਟ ਤੈਅ ਨਹੀਂ ਹੋ ਰਿਹਾ। ਇਹਨਾਂ ਦੀ ਹਵਾ ਸਾਰੀ ਦੀ ਸਾਰੀ ਨਿਕਲੀ ਹੋਈ ਆ। ਬਜਟ ਬਣਾਉਣਾ, ਬਜਟ ਨੂੰ ਸਿਰਫ ਬਣਾ ਕੇ ਪੇਸ਼ ਕਰਨ ਨਾਲ ਕੰਮ ਨਹੀਂ ਚੱਲਣਾ, ਕਿਉਂਕਿ ਲੋਕਾਂ ਨੇ 92 ਸੀਟਾਂ ਦਿੱਤੀਆਂ ਨੇ। ਤੁਹਾਨੂੰ ਉਹ ਬਜਟ ਨੂੰ ਬਣਾ ਕੇ, ਆਧਾਰ ਬਣਾ ਕੇ ਅਗਲੇ 1 ਸਾਲ ਵਿੱਚ ਉਹ ਕੰਮ ਵੀ ਕਰਕੇ ਦਿਖਾਉਣੇ ਪੈਣਗੇ, ਤਾਂ ਕੰਮ ਚੱਲੂਗੀ। ਨਹੀਂ ਤਾਂ ਵਾਕਈ ਮਤਲਬ ਪਾਰਟੀਆਂ ਦਫਾੜ ਵੱਲ ਵੱਧ ਸਕਦੀਆਂ ਨੇ। ਬੀਜੇਪੀ ਲੱਗੀ ਹੋਈ ਆ। ਬੀਜੇਪੀ ਜਿਸ ਤਰੀਕੇ ਨਾਲ ਸੁਨੀਲ ਜਾਖੜ ਨੂੰ ਆਪਣੇ ਵੱਲ ਲੈ ਕੇ ਗਈ ਆ, ਮੰਨ ਕੇ ਚੱਲੋ ਕਿ ਕਾਂਗਰਸ ਦੇ ਜਿੰਨੇ ਸੁੱਖੀ ਰੰਧਾਵਾ ਬੋਲ ਰਹੇ ਨੇ, ਦੇਖ ਲਓ ਤੁਸੀਂ, ਅਗਲੇ ਕਈ ਦਿਨਾਂ ਵਿੱਚ ਇਹ ਭਾਜਪਾ ਚ ਹੋਣਗੇ। ਅਕਾਲੀ ਦਲ ਦੇ ਵੀ ਵੱਡੇ ਨੇਤਾ ਭਾਜਪਾ ਚ ਹੋਣਗੇ। ਕਾਂਗਰਸ ਨੂੰ ਖਤਮ ਕਰਨ ਲਈ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਰਸਤਾ ਦਿੱਤਾ ਜਾਂਦਾ ਕਿ ਉਹ ਇਹ ਲੰਘਦੇ ਰਹਿਣ ਤੇ ਕਾਂਗਰਸ ਖਤਮ ਹੁੰਦੀ ਜਾਵੇ। ਇੱਕ ਬੜੀ ਸਟ੍ਰੈਟੇਜਿਕਲ ਵਾਰ ਚੱਲ ਰਹੀ ਹੈਗੀ ਆ ਭਾਜਪਾ ਤੇ ਕਾਂਗਰਸ ਦੇ ਵਿਚਾਲੇ। ਕਾਂਗਰਸ ਨੂੰ ਕਿਸ ਤਰੀਕੇ ਨਾਲ ਨਿਸਤ ਨਾਬੂਦ ਕੀਤਾ ਗਿਆ। ਉੱਪਰ ਮੈਨੂੰ ਲੱਗਦਾ ਅੱਜ ਕਪਲ ਸਿੱਬਲ ਵੀ ਕਾਂਗਰਸ ਛੱਡ ਕੇ ਨੇ। ਉਹ ਖਬਰ ਠੀਕ ਹੈਗੀ ਹੈ ਸੁਖਵਿੰਦਰ? ਨਾ ਬਿਲਕੁਲ ਬਿਲकुल ਸਹੀ ਹੈ। ਉਹਦੇ ਤੇ ਆਪਾਂ ਅੱਗੇ ਚਰਚਾ ਕਰਾਂਗੇ, ਉਹ ਵੀ ਸਵਾਲ ਆਪਾਂ ਥੋੜਾ ਵਿਚਾਰਾਂਗੇ। ਕੋਈ ਉਹ ਗੱਲ ਕਰ ਰਿਹਾ ਸੀ ਕਿ ਇਹ ਛੱਡ ਛੜਾਈ ਚੱਲ ਰਹੀ ਆ। ਸੋ ਕਿਤੇ ਨਾ ਕਿਤੇ ਭਾਜਪਾ ਪੰਜਾਬ ਨੂੰ ਪ੍ਰਾਇੋਰਟੀ ਦੇਣ ਲੱਗ ਗਈ ਆ, ਪ੍ਰਵਾਸੀਆਂ ਕਰਕੇ ਦੇ ਰਹੀ ਆ, ਜਾਂ ਮਿਨੋਰਿਟੀਜ਼ ਨੂੰ ਆਪਣੇ ਨਾਲ ਲਾ ਕੇ, ਗੱਲ ਨਾਲ ਲਾ ਕੇ ਦਿਖਾਉਣਾ ਚਾਹ ਰਹੀ ਆ। ਜਿਸ ਤਰੀਕੇ ਨਾਲ ਕਾਂਗਰਸ ਨੇ ਕਸ਼ਮੀਰ ਵਿੱਚ ਪੰਡਤਾਂ ਨੂੰ ਮਰਨ ਦਿੱਤਾ, ਜਦੋਂ ਜਨਵਰੀ 19 ਨੂੰ ਉਦੋਂ ਕਿਹਾ ਸੀ ਕਿ ਕਸ਼ਮੀਰੀ ਪੰਡਤਾਂ ਨੂੰ ਮਾਰ ਕੇ ਭਜਾਇਆ ਗਿਆ, ਉਵੇਂ ਮਰਨ ਦਿੱਤਾ। ਉਹ ਵੀ ਤਾਂ ਕਾਂਗਰਸ ਦੇ ਸਮੇਂ ਹੋਇਆ ਸੀ। ਜਿਸ ਤਰੀਕੇ ਨਾਲ ਸਿੱਖਾਂ ਦੀ ਨਸਲਕੁਸ਼ੀ ਹੋਣ ਦਿੱਤੀ, ਉਹ ਵੀ ਤਾਂ ਕਾਂਗਰਸ ਦੇ ਸਮੇਂ ਹੋਇਆ ਸੀ। ਸੋ ਬੀਜੇਪੀ ਹੁਣ ਉਹਦਾ ਰਿਵਰਸ ਚੱਲ ਰਹੀ ਆ। ਫਾਰਮੂਲਾ ਉਹੀ ਆ, ਪਰ ਰਿਵਰਸ ਚੱਲ ਰਹੀ ਆ। ਕਿਸੇ ਹੋਰ ਮਿਨੋਰਿਟੀ ਨੂੰ ਟਾਰਗੇਟ ਕਰ ਰਹੀ ਆ ਤੇ ਕਿਸੇ ਹੋਰ ਮਿਨੋਰਿਟੀ ਨੂੰ ਗਲੇ ਲਾ ਰਹੀ ਆ। ਇਹ ਦੋਨੋਂ ਚੀਜ਼ਾਂ ਸੀ। ਕਾਂਗਰਸ ਕਿਸੇ ਹੋਰ ਮਿਨੋਰਿਟੀ ਨੂੰ ਗਲੇ ਲਾ ਰਹੀ ਸੀ, ਟਾਰਗੇਟ ਕਿਸੇ ਹੋਰ ਨੂੰ ਕਰ ਰਹੀ ਸੀ। ਸੋ ਇਸੇ ਦੌਰਾਨ ਆਮ ਆਦਮੀ ਪਾਰਟੀ ਦਾ ਉਭਾਰ ਕੀਤਾ ਜਾ ਰਿਹਾ, ਔਰ ਉਸੇ ਉਭਾਰ ਦੇ ਵਿੱਚ ਕਿਤੇ ਨਾ ਕਿਤੇ ਇਹ ਭਗਵੰਤ ਮਾਨ ਵੱਲੋਂ ਚੱਕਿਆ ਗਿਆ ਕਦਮ ਵੀ ਹੈਗਾ। ਅਸੀਂ ਇਸ ਨੂੰ ਦਰਕਨਾਰ ਹੋ ਕੇ ਨਹੀਂ ਦੇਖ ਸਕਦੇ। ਜੀ ਬਿਲਕੁਲ ਸਮਝ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਸਿੰਜਾਈ ਘੁਟਾਲੇ ਦੀ, ਉਹ ਘੁਟਾਲਾ ਜਿਹੜਾ ਆ ਉਹਦੀ ਜਾਂਚ ਪੜਤਾਲ ਹੁੰਦੀ ਹੈ, ਸਰਕਾਰਾਂ ਕਰ ਵੀ ਦਿੰਦੀਆਂ ਨੇ, ਪਰ ਅਸਲ ਜਿਹੜੇ ਮੁਲਜ਼ਮ ਨੇ, ਜਿਹੜੇ ਕਹਿ ਲਓ ਕਿ ਵੱਡੇ ਮਗਰਮੱਛ ਨੇ, ਉਹਨਾਂ ਤੱਕ ਪਹੁੰਚ ਨਹੀਂ ਕੀਤੀ ਜਾਂਦੀ। ਉਸ ਤਰੀਕੇ ਨਾਲ ਬੇਪਰਦ ਨਹੀਂ ਕੀਤਾ ਜਾਂਦਾ ਜਿਸ ਤਰੀਕੇ ਨਾਲ ਕਰਨਾ ਚਾਹੀਦਾ। 1000 ਕਰੋੜ ਰੁਪਏ ਦੇ ਟੈਂਡਰ ਦੇ ਦੇਣੇ, ਫਿਰ ਉਸ ਤੋਂ ਬਾਅਦ ਚੋਂ ਜਿਸ ਤਰੀਕੇ ਦੇ ਨਾਲ ਛਾਪੇ ਵੱਜਦੇ ਨੇ, ਸਾਰਾ ਕੁਝ ਤਾਂ ਖੁੱਲ ਕੇ ਸਾਹਮਣੇ ਆ ਜਾਂਦਾ। ਉਹਦਾ ਵੱਡਾ ਕਾਰਨ ਸਾਡੀ ਵਿਜੀਲੈਂਸ ਦੀ ਜਿਹੜੀ ਫੌਜ ਹੈਗੀ ਆ, ਉਹ ਇੱਕ ਅਲੱਗ ਕੈਡਰ ਨਾ ਹੋ ਕੇ ਉਸੇ ਪੁਲਿਸ ਦੇ ਵਿੱਚੋਂ ਕੱਢੇ ਹੋਏ ਕੁਝ ਅਫਸਰਾਂ ਨੂੰ ਇਧਰ ਖੁੱਡੇ ਲਾਉਣ ਵਾਲਾ ਕੰਮ ਹੈਗਾ। ਉਹ ਇੱਕ ਬਹੁਤ ਵੱਡਾ ਕਾਰਨ ਹੈਗਾ। ਵਿਜੀਲੈਂਸ ਜੇ ਇੱਕ ਅਲੱਗ ਕੈਡਰ ਹੋਵੇ, ਉਹਦੀ ਭਰਤੀ ਅਲੱਗ ਹੋਵੇ, ਉਹਦੇ ਅਫਸਰ ਵੀ ਅੱਡ ਹੋਣ, ਉਹ ਕੰਮ ਹੀ ਇਹ ਕਰਦੇ ਹੋਣ, ਉਹਨਾਂ ਨੇ ਦੂਜੇ ਪਾਸੇ ਜਾਣਾ ਹੀ ਨਾ ਹੋਵੇ, ਇਹਦੀ ਰਿਜ਼ਲਟ ਕੁਝ ਹੋਰ ਹੁੰਦੇ। ਉਹ ਬਸ ਉਹਨਾਂ ਜਦੋਂ ਪੁਲਿਸ ਦਾ ਇਹ ਬੱਚਾ ਕੋਈ ਵੀ ਮੁਲਾਜ਼ਮ ਤੰਗ ਕਰਨ ਲੱਗਦਾ, ਉਹਨੂੰ ਖੁੱਡੇ ਲਾਉਣ ਲਈ ਵਿਜੀਲੈਂਸ ਵਿੱਚ ਭੇਜ ਦਿੱਤਾ ਜਾਂਦਾ। ਫਿਰ ਉਹ ਜਨਰਲ ਪੋਸਟਿੰਗ ਤੇ ਆਉਣ ਦੀ ਕੋਸ਼ਿਸ਼ ਕਰਵਾ ਦਿੰਦਾ। ਵਿਜੀਲੈਂਸ ਵਿੱਚ ਕੰਮ ਨਹੀਂ ਹੁੰਦਾ। ਔਰ ਵਿਜੀਲੈਂਸ ਵਿੱਚ ਤੁਸੀਂ ਜਿੰਨੇ ਕੇਸ ਦੇ ਲਓ, ਸੈਕੰਡ, ਥਰਡ, ਫੋਰਥ ਸਟੇਜ ਦੇ ਉੱਤੇ ਕੰਪਰੋਮਾਈਜ਼ ਹੋ ਜਾਂਦੇ ਨੇ। ਵਿਜੀਲੈਂਸ ਵਿੱਚ ਕੇਸ ਪਾਉਣਾ ਮਤਲਬ ਕਿ ਆਦਾਨ ਪ੍ਰਦਾਨ ਹੋ ਜਾਣਾ। ਤੁਸੀਂ ਦੇਖੋ ਇਹੋ ਜਿਹੇ ਕਿੰਨੇ ਕੇਸ ਨੇ ਜਿਹੜੇ ਵਿਜੀਲੈਂਸ ਕੋਲੇ ਗਏ,
ਆਪਣਾ ਤੁਸੀਂ ਸਿੱਧੂ ਦਾ ਕੇਸ ਲੈ ਲਓ, ਪਬਲਿਕ ਸਰਵਿਸ ਕਮਿਸ਼ਨ ਵਾਲਾ ਜਿਹੜਾ ਚੇਅਰਮੈਨ ਫੜਿਆ ਸੀ, ਸਿੱਧੂ ਤਾਂ ਹਲੇ ਵੀ ਜੇਲ੍ਹ 'ਚ ਹੈਗਾ। ਪਰ ਜਿਹੜੇ ਬੰਦੇ ਸਿੱਧੂ ਨੂੰ ਪੈਸੇ ਦੇ ਕੇ ਗਏ ਸੀ, ਜਿਨ੍ਹਾਂ ਦੇ ਪੈਸੇ ਉਹਦੀ ਤਿਜੋਰੀ ਵਿੱਚੋਂ ਫੜੇ ਗਏ ਸੀ, ਉਹਨਾਂ ਨੂੰ ਵਿਜੀਲੈਂਸ ਕਲੀਅਰੈਂਸ ਦੇ ਰਹੀ ਆ, ਔਰ ਉਸੇ ਰਿਪੋਰਟ ਦੇ ਉੱਪਰ ਹਾਈ ਕੋਰਟ ਵੀ ਕਲੀਅਰੈਂਸ ਦੇ ਰਹੀ ਆ। ਮਤਲਬ ਕਿ ਕੰਪਰੋਮਾਈਜ਼ ਤਾਂ ਵੱਡੇ ਲੈਵਲ ਦਾ ਹੋਇਆ ਨਾ। ਜਿਹੜੇ ਪੈਸੇ ਬੰਦਿਆਂ ਨੇ ਪਹਿਲਾਂ ਸਿੱਧੂ ਨੂੰ ਦਿੱਤੇ ਸੀ, ਉਹ ਮੁੜ ਕੇ ਆਪਣੇ ਵਿਜੀਲੈਂਸ ਅਫਸਰਾਂ ਨੂੰ ਦੇ ਦਿੱਤੇ, ਕਿਉਂਕਿ ਉਹਦੇ ਵਿੱਚ ਜ਼ਿਆਦਾਤਰ IAS ਲੌਬੀ ਸੀ, ਮੰਤਰੀਆਂ ਦੇ ਬੱਚੇ ਸੀ, ਜਿਹੜੇ ਅੱਜ IAS ਬਣ ਚੁੱਕੇ ਨੇ, PCS ਬਣ ਚੁੱਕੇ ਨੇ। ਹੁਣ ਉਹਨਾਂ ਨੂੰ ਮੇਰੀ ਗੱਲ ਸੁਣ ਕੇ ਬੜੀ ਚੁਭੂਗੀ ਕਿ ਸਾਨੂੰ ਵੀ ਭ੍ਰਿਸ਼ਟਾਚਾਰੀ ਕਹਿ ਰਹੇ ਆ। ਬਿਲਕੁਲ ਕਹਾਂਗੇ, ਕਿਉਂਕਿ ਤੁਸੀਂ ਪਹਿਲਾਂ ਸਿੱਧੂ ਨੂੰ ਪੈਸੇ ਦਿੱਤੇ, ਫਿਰ ਤੁਸੀਂ ਇਨਕੁਆਇਰੀ ਅਫਸਰਾਂ ਨੂੰ ਪੈਸੇ ਦਿੱਤੇ, ਤੇ ਉਹਦੇ ਆਧਾਰ ਦੇ ਉੱਤੇ ਹੀ ਤਾਂ ਅੱਗੇ ਹਾਈ ਕੋਰਟ ਨੇ ਮਾਨਯੋਗ ਨੇ ਫੈਸਲੇ ਲੈ ਰਹੇ ਏਡੇ ਵੱਡੇ। ਔਰ ਹੋ ਸਕਦਾ ਕਿ ਕੋਰਟ ਦੇ ਵਿੱਚ ਵੀ ਕੋਈ ਕੁਛ ਨਾ ਕੁਛ ਹੋ ਗਿਆ ਹੋਵੇ, ਕਿਉਂਕਿ ਅਸੀਂ ਜਿਸ ਤਰੀਕੇ ਦੇ ਅੱਜ ਕੱਲ੍ਹ ਕੋਰਟਾਂ ਦੇ ਫੈਸਲੇ ਦੇਖ ਰਹੇ ਹਾਂ, ਉਹ ਨਿਰਪੱਖਤਾ ਨਹੀਂ ਦੇਖ ਰਹੇ। ਇਸੇ ਕਰਕੇ ਤਾਂ ਸਾਨੂੰ ਕਹਿਣਾ ਪੈ ਰਿਹਾ ਕਿ ਜੋ ਸਾਡੇ ਲੋਕਤੰਤਰ ਦੇ ਚਾਰ ਧੁਰੇ ਹੈਗੇ ਨੇ, ਚਾਹੇ ਉਹਦੇ ਵਿੱਚ ਸਾਡਾ ਮੀਡੀਆ ਦਾ ਵੀ ਆਉਂਦਾ, ਉਹ ਬਰਬਾਦ ਹੋ ਚੁੱਕੇ ਨੇ। ਉਹ ਕਾਰਨ ਉਹੀ ਆ ਕਿ ਜਿਹੜੀ ਇਨਕੁਆਇਰੀ ਆ, ਔਰ ਜਿਹੜੀ ਉਹ ਤੁਸੀਂ ਇਰੀਗੇਸ਼ਨ ਦੀ ਗੱਲ ਕਰ ਰਹੇ ਹੋ, ਜਿਹੜੀ ਮਤਲਬ ਰਹਿੰਦ ਖੂੰਦ ਇਮਾਨਦਾਰ ਪਈ ਹੈਗੀ ਆ ਵਿਜੀਲੈਂਸ ਵਿੱਚ। ਇਹ ਨਹੀਂ ਕਿ ਸਾਰੇ ਚੋਰ ਨਹੀਂ ਹੈਗੇ, ਇਮਾਨਦਾਰ ਅਫਸਰ ਵੀ ਬਹੁਤ ਘੈਂਟ ਹੈਗੇ ਨੇ, ਔਰ ਉਹ ਬੜਾ ਕੁਝ ਦਾਅ ਤੇ ਲਾ ਕੇ ਖੇਡਦੇ ਨੇ। ਉਹਨਾਂ ਨੇ ਜਿਹੜੀ ਰਿਪੋਰਟ ਬਣਾਈ, ਉਹ ਰਿਪੋਰਟ ਅਮਰਿੰਦਰ ਸਿੰਘ ਦੇ ਟੇਬਲ ਦੇ ਉੱਪਰ ਕਿੰਨੀ ਦੇਰ ਪਈ ਰਹੀ ਆ, ਉਹ ਰੂਸਾ ਦੇ ਕੋਲੇ ਵੀ ਪਈ ਰਹੀ ਆ, ਉਹ ਸੁਰੇਸ਼ ਕੁਮਾਰ ਦੇ ਵੀ ਕੋਲੇ ਪਈ ਰਹੀ ਆ। ਤੇ ਕੀ ਤੁਹਾਨੂੰ ਲੱਗਦਾ ਵੀ ਇਹਨਾਂ ਨੇ ਪੈਸੇ ਨਹੀਂ ਲਏ ਹੋਣੇ? ਇਹਨਾਂ ਨੇ ਬਿਲਕੁਲ ਪੈਸੇ ਲਏ ਆ, ਤਾਂ ਹੀ ਤਾਂ ਰਿਪੋਰਟ ਅੱਜ ਤੱਕ ਰੋਲ ਖੁੱਲ ਰਹੀ ਆ। ਤੇ ਹੁਣ ਉਹ ਰਿਪੋਰਟ ਚੱਕ ਲੈ ਭਗਵੰਤ ਮਾਨ ਸਾਹਿਬ, ਉਹ ਰਿਪੋਰਟ ਚੱਕ ਲੈਣ। ਉਹ ਤਾਂ ਬਣੀ ਬਣਾਈ ਰਿਪੋਰਟ ਪਈ ਆ। ਘੱਟੋ ਘੱਟ ਮੁੱਖ ਮੰਤਰੀ ਪੰਜਾਬ ਇਹ ਕੰਮ ਤਾਂ ਕਰ ਹੀ ਸਕਦੇ ਨੇ ਕਿ ਜਿਹੜੀਆਂ ਰਿਪੋਰਟਾਂ ਵਿਜੀਲੈਂਸ ਨੇ ਮੁੱਖ ਮੰਤਰੀ ਦਫ਼ਤਰ ਨੂੰ ਸਬਮਿਟ ਕੀਤੀਆਂ ਨੇ, ਉਹਨਾਂ ਤੋਂ ਮਿੱਟੀ ਲਾ ਲਓ, ਉਹ ਤੋਂ ਗਰਦਾ ਝਾੜ ਲਓ, ਉਹਨਾਂ ਦੇ ਉੱਤੇ ਜਿਹੜੇ ਬਣਦੇ ਫੈਸਲੇ ਨੇ ਉਹ ਤਾਂ ਲਓ। ਮਤਲਬ ਉਹਦੇ ਵਿੱਚ ਤਾਂ ਕੋਈ ਗਲਤੀ ਨਹੀਂ ਹੋਏਗੀ, ਔਰ ਉਹਦੇ ਵਿੱਚ ਇਰੀਗੇਸ਼ਨ ਵਾਲਾ ਵੀ ਆ ਜਾਏਗਾ, ਉਹਦੇ ਵਿੱਚ ਹੋਰ ਵੀ ਵੱਡੇ ਆ ਜਾਣਗੇ। ਬੀਜਾਂ ਵਾਲਾ ਘੁਟਾਲਾ ਕਿੱਥੇ ਗਿਆ? ਸਪਰੇਆਂ ਵਾਲਾ ਘੁਟਾਲਾ ਕਿੱਥੇ ਗਿਆ? ਉਹ ਬੜੇ ਬੜੇ ਸਰਦਾਰ ਜੀ ਬਣੇ ਫਿਰਦੇ ਨੇ, ਇਮਾਨਦਾਰ ਅਫਸਰ। ਉਦੋਂ ਕੌਣ ਸੀ? ਮੈਂ ਕਹਿੰਦਾ ਜਿਹੜਾ ਘੁਟਾਲਾ ਜਿਹੜੇ ਟਾਈਮ ਹੋਇਆ, ਉਦੋਂ ਜਿਹੜਾ ਪ੍ਰਿੰਸੀਪਲ ਸੈਕਟਰੀ ਸੀ, ਜਿਹੜਾ ਉਸ ਵਿਭਾਗ ਦਾ ਸੈਕਟਰੀ ਸੀ, ਉਹਦੇ ਤੇ ਜ਼ਿੰਮੇਵਾਰੀ ਕਿਉਂ ਨਹੀਂ ਪਾਉਂਦੇ? ਇਕੱਲੇ ਡਾਇਰੈਕਟਰਾਂ ਨੂੰ ਕਿਉਂ ਮਾਰ ਕੇ ਸਿੱਟ ਦਿੰਦੇ ਹੋ? ਉਦੋਂ ਤੋਤਾ ਸਿੰਘ ਵੇਲੇ ਜਦੋਂ ਸਪਰੇਅ ਦਾ ਰੌਲਾ ਪਿਆ ਸੀ, ਬੀਜਾਂ ਦਾ ਰੌਲਾ ਪਿਆ ਸੀ, ਉਹ ਡਾਇਰੈਕਟਰ ਮਾਰਤਾ ਕਿਉਂ? ਬਈ IAS ਅਫਸਰ ਸੁੱਕਾ ਲੰਘ ਗਿਆ, ਉਹ ਵੀ ਤਾਂ ਘਰੇ ਪੈਸੇ ਲੈ ਕੇ ਗਿਆ ਹੋਊਗਾ। ਤੁਸੀਂ ਸਾਰਿਆਂ ਨੂੰ ਕਿਉਂ ਨਹੀਂ ਮਾਰਦੇ ਹੈਗੇ? ਇਹ ਗੱਲ ਅਸੀਂ ਪੰਜਾਬਨਾਮੇ ਤੋਂ ਵੀ ਬਾਰ-ਬਾਰ ਕਹਿੰਦੇ ਆ ਕਿ ਜਿਹੜੇ IAS ਲੌਬੀ ਆ, ਜਿਹੜੀ IPS ਲੌਬੀ ਆ, ਇਹਨਾਂ ਨੂੰ ਜਦ ਤੱਕ ਤੁਸੀਂ ਕਰਪਸ਼ਨ ਦੇ ਚਾਰजेस ਦੇ ਅੰਡਰ ਲੈ ਕੇ ਆਓਗੇ, ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਨਹੀਂ ਮੁੱਕਣਾ। ਸਿੰਗਲਾ ਸਾਹਿਬ ਦੇ ਇਸ ਤਰ੍ਹਾਂ ਮਾਰਨ ਦੇ ਨਾਲ, ਉਹਨਾਂ ਨੂੰ ਖਤਮ ਕਰਨ ਦੇ ਨਾਲ, ਨੋ ਡਾਊਟ ਇਹ ਲੋਕ ਡਰਨਗੇ, ਪਰ ਇਹਨਾਂ ਦੇ ਰੇਟ ਵੱਧ ਜਾਣਗੇ। ਅੱਜ ਜੋ IAS ਅਫਸਰ ਦਾ ਰੇਟ, ਮਤਲਬ ਜੋ ਵੱਡੇ ਫੈਸਲੇ ਕਰਨ ਦਾ ਜੋ 400 ਦਾ ਚੱਲ ਰਿਹਾ, ਉਹ ਵੱਧ ਜਾਏਗਾ। ਉਹ ਸਿਸਟਮ ਦਾ ਰੇਟ ਵੱਧ ਜਾਏਗਾ। ਉਹ ਉਹੀ ਪੁਲਿਸ ਵਾਲਿਆਂ ਦਾ ਵੀ ਕੰਮ ਹੋਊਗਾ। ਜਦਾਂ ਕਹਿੰਦੇ ਉਹ ਹੋ ਗਿਆ ਨਾ ਕਿ ਸਰਕਾਰ ਨੇ ਕਿਹਾ ਕਿ ਨਸ਼ੇ ਨਹੀਂ ਵੇਚਣੇ, ਉਦੋਂ ਨਸ਼ੇ ਤਾਂ ਮਿਲ ਰਹੇ ਨੇ ਪਰ ਮਹਿੰਗੇ ਮਿਲ ਰਹੇ ਨੇ। ਸੋ ਇਹ ਤਾਂ ਸਾਨੂੰ ਪਤਾ ਕਿ ਨਸ਼ਿਆਂ ਦਾ ਵਪਾਰ ਆ, ਉਹ ਪੁਲਿਸ ਦੀ ਮਿਲੀ ਭੁਗਤ ਨਾਲ ਚੱਲ ਰਿਹਾ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਹਾਂਜੀ ਸੁਖਵਿੰਦਰ ਜੀ, ਮੈਂ ਉਸ ਪਾਸੇ ਵੱਲ ਨੂੰ ਤੁਰਨ ਲੱਗਿਆ ਸੀਗਾ ਕਿ ਕਪਿਲ ਸਿੱਬਲ ਦਾ ਮਸਲਾ। ਕਪਿਲ ਸਿੱਬਲ ਦੀ ਗੱਲ ਕਰ ਲਓ ਕਿ ਕਾਂਗਰਸ ਦੇ ਵਿੱਚੋਂ ਉਹਨਾਂ ਨੇ 16 ਤਰੀਕ ਤੋਂ 16 ਮਈ ਨੂੰ ਕਹਿੰਦੇ ਕਾਂਗਰਸ ਛੱਡ ਦਿੱਤੀ ਸੀ। ਤਕਰੀਬਨ ਅੱਜ 9-10 ਦਿਨ ਹੋ ਗਏ ਤੇ ਜਾ ਕੇ ਹੁਣ ਰਾਜ ਸਭਾ ਦੀ ਸੀਟ ਮੰਨ ਲਈ। ਕਹਿੰਦੇ ਨੋਮੀਨੇਸ਼ਨ ਆਜ਼ਾਦ ਤੌਰ ਤੇ ਭਰੀ ਹੈ, ਪਰ ਨਾਲ ਉੱਥੇ ਅਖਿਲੇਸ਼ ਯਾਦਵ ਬੈਠੇ ਸੀ, ਸਮਾਜਵਾਦੀ ਪਾਰਟੀ ਦੇ ਸੁਪਰੀਮੋ। ਉਹ ਕਹਿੰਦੇ ਮੈਨੂੰ ਸਮਰਥਨ ਕਰਨ ਆਏ ਨੇ। ਦੇਖੋ ਪ੍ਰੋਬਲਮ ਇਹ ਸੀ ਕਿ ਉਹ ਆਪਾਂ ਨੂੰ ਪਤਾ ਹੈਗਾ ਵੀ ਉਹ ਕਾਂਗਰਸ ਤੋਂ ਤਾਂ ਬੜੀ ਦੇਰ ਦੇ ਨਾਰਾਜ਼ ਚੱਲ ਰਹੇ ਨੇ, ਔਰ ਜਿਹੜਾ ਉਹ G23 ਬਣਿਆ ਸੀਗਾ ਗਰੁੱਪ, ਉਹਦੇ ਮੇਕਰ ਵੀ ਉਹੀ ਨੇ, ਉਹਦੇ ਕੀ ਆਪਾਂ ਬੋਲਦੇ ਹੁੰਦੇ ਆ WhatsApp ਦੇ ਉੱਤੇ, ਐਡਮਿਨ ਵੀ ਉਹੀ ਰਹੇ ਨੇ ਉਹਦੇ। ਤਾਂ ਗਰੁੱਪ ਨੂੰ ਬਣਾਉਣ ਵਾਲੇ ਤੇ ਐਡਮਿਨ ਸਿੱਬਲ ਸਾਹਿਬ ਹੀ ਸੀ। ਤੋਂ ਸਭ ਤੋਂ ਪਹਿਲਾਂ ਜਿਹੜੇ ਬੰਦੇ ਦੁਖੀ ਹੋਏ ਨੇ, ਔਰ ਤੁਸੀਂ ਜੇ ਮੈਂ ਤੁਹਾਨੂੰ ਸਵਾਲ ਪੁੱਛਾਂ ਸੁਖਵਿੰਦਰ, ਤਾਂ ਮੈਨੂੰ ਦੱਸਿਓ ਕਾਂਗਰਸ ਦੇ ਸਭ ਤੋਂ ਸਿਆਣੇ ਆਪਣੇ ਆਪ ਨੂੰ ਲੀਡਰ ਕਹਿੰਦੇ ਨੇ ਕਪਿਲ ਸਿੱਬਲ, ਵਿਕਰਮਜੀਤ ਸਿੰਘ ਮਜੀਠੀਆ ਦਾ ਕੇਸ ਕੌਣ ਲੜ ਰਿਹਾ? ਕਪਿਲ ਸਿੱਬਲ। ਤਾਂ ਜਵਾਬ ਆ ਕਿ ਉਸ ਤੋਂ ਵੱਡਾ ਮੌਕਾ ਪ੍ਰਸਤ ਬੰਦਾ ਕੌਣ ਹੋ ਸਕਦਾ? ਕਹਿੰਦੇ ਵੀ ਮੈਂ ਇਕੱਲੀ ਆਪਣੀ ਉਹ ਕੀ ਸੀ, ਜਸਵਿੰਦਰ ਭੱਲਾ ਕਹਿੰਦੇ ਹੁੰਦੇ ਸੀਗੇ, ਕਹਿੰਦੇ ਸਾਰੇ ਪਿੰਡ ਤੋਂ ਸੁੱਚਾ ਨਾ, ਸੌਰੀ ਸਾਰੇ ਪਿੰਡ ਚੋਂ ਲੁੱਚਾ ਤੇ ਨਾਮ ਸੁੱਚਾ। ਉਹ ਕੰਮ ਉਹਦਾ ਹੈਗਾ ਵੀ ਮੈਂ ਸੁੱਚਾ ਸਿੰਘ ਹੈਗਾ। ਸੁੱਚਾ ਸਿੰਘ ਇਹ ਨਹੀਂ ਹੈਗਾ। ਸੋ ਗੱਲਾਂ ਉਹੀ ਨੇ। ਔਰ ਜਿਹੜੀ ਗੱਲ ਆਮ ਆਦਮੀ ਪਾਰਟੀ ਦੀ ਸੀ, ਆਮ ਆਦਮੀ ਪਾਰਟੀ ਨੇ ਕਈ, ਮੈਨੂੰ ਸੁੱਚੇ ਤੋਂ ਯਾਦ ਆ ਕਿ ਸੁੱਚਾ ਸਿੰਘ ਛੋਟੇਪੁਰ ਨੂੰ ਵੀ ਇਹਨਾਂ ਨੇ ਕੱਢਿਆ ਸੀ ਕਰਪਸ਼ਨ ਦੇ ਚਾਰਜ ਲਾ ਕੇ, ਤੇ ਇਹ ਕੰਮ ਸਿਲਸਿਲਾ ਚੱਲਦਾ ਹੀ ਰਹਿਣਾ ਹੈਗਾ। ਔਰ ਸਿੱਬਲ ਜੋ ਕੰਮ ਕਰ ਰਿਹਾ ਹੈਗਾ, ਉਹ ਕੋਈ ਚੰਗਾ ਕੰਮ ਨਹੀਂ ਕਰ ਰਿਹਾ। ਉਹ ਹਿੰਦੂਵਾਦੀ ਨੇਤਾ ਹੈਗਾ, ਉਹ ਰਾਈਟਿਸਟ ਨੇਤਾ ਹੈਗਾ। ਉਹ ਚਾਹੁੰਦਾ ਕਿ ਹਿੰਦੂ ਹਿੰਦੁਸਤਾਨ ਵਾਲਾ ਕਨਸੈਪਟ
ਇੰਡੀਆ ਵਿੱਚ ਲਾਗੂ ਹੋਵੇ, ਜੋ ਕਿ ਕਾਂਗਰਸ ਦੀ ਕਿਤੇ ਪਾਲਿਸੀ ਨਹੀਂ ਹੈਗੀ ਔਰ ਉਹਨੇ ਕਿਤੇ ਨਾ ਕਿਤੇ ਭੱਜਣਾ ਹੀ ਆ। ਇਹ ਹਲੇ ਤਾਂ ਉਹ ਆਪਣੇ ਆਪ ਨੂੰ ਇੰਡੀਪੈਂਡੈਂਟ ਕਹਿੰਦਾ, ਪਰ ਮੈਂ ਤੁਹਾਨੂੰ ਦੱਸਾਂ ਉਹ ਕਿਤੇ ਨਾ ਕਿਤੇ ਭਾਜਪਾ ਦੇ ਵਿੱਚ ਜਾਣ ਦਾ ਹੀ ਰਾਹ ਲੱਭ ਰਿਹਾ। ਸਮਾਜਵਾਦੀ ਪਾਰਟੀ ਵਿੱਚ ਜਾ ਕੇ ਕੁਝ ਨਹੀਂ ਮਿਲਣਾ, ਉਹਨੇ ਦੂਜੇ ਤੀਜੇ ਖੰਡ ਦੇ ਵਿੱਚ ਭਾਜਪਾ ਦੇ ਵਿੱਚ ਪਹੁੰਚ ਕੇ ਹੀ ਸਾਹ ਲੈਣਾ ਹੈਗਾ, ਹੋਰ ਉਹਦੇ ਪੱਲੇ ਕੁਝ ਨਹੀਂ ਹੈਗਾ। ਸੁਖਵਿੰਦਰ ਜੀ ਸ਼ੁਕਰੀਆ ਸਮਨ ਸਾਹਿਬ, ਧੰਨਵਾਦ ਤੁਹਾਡਾ। ਸ਼ੁਕਰੀਆ ਵੀਰ, ਸ਼ੁਕਰੀਆ ਤੁਹਾਡਾ, ਬਹੁਤ ਬਹੁਤ ਸਮਾਂ ਦਿੱਤਾ ਤੁਸੀਂ ਮੈਨੂੰ। ਸੋ ਮੇਰੇ ਨਾਲ ਮੌਜੂਦ ਸਨ ਪੰਜਾਬਨਾਮਾ ਦੇ ਸੰਪਾਦਕ ਤੇ ਸਿਆਸੀ ਮਾਹਰ ਗੁਰਮਿੰਦਰ ਸਿੰਘ ਸਮਤ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।